ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨਾ ਜਮ ਕੈ ਧਾਮ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨਹੁ ਹਰ ਨਾਮ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਹਾਜ਼ਰਾ ਹਜੂਰ ਗੁਰੂ, ਜਹਰਾ ਜਹੂਰ ਗੁਰੂ, ਸਰਬ ਕਲਾ ਭਰਪੂਰ। ਸਾਰੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਭਾਗਾਂ ਵਾਲੇ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਗੁਰਬਾਣੀ ਪਾਠ ਕੀਰਤਨ ਆਪ ਜੀ ਨੇ ਸਰਵਣ ਕੀਤੇ। ਮੁਖ ਵਾਕ ਸਰਵਣ ਕੀਤਾ। ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇਰਾ। ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸੱਚ ਸਾਖੈ। ਸਤਿਗੁਰੂ ਜੀ ਦਾ 400 ਸਾਲਾ ਆਗਮਨ ਪੁਰਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ, ਚਾਉ ਦੇ ਨਾਲ ਮਨਾ ਰਹੀਆਂ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿੱਥੇ ਇਤਿਹਾਸ ਬਹੁਤ ਵਿਲੱਖਣ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚੋਂ ਬੜੀ ਸਿੱਖਿਆ ਪ੍ਰਾਪਤ ਹੁੰਦੀ ਹੈ, ਉੱਥੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਸਾਧ ਸੰਗਤ ਦੀ ਅੰਮ੍ਰਿਤ ਰਸ ਹੈ। ਗੁਰਬਾਣੀ ਵਿੱਚ ਵੀ ਮਹਾਰਾਜ ਨੇ ਬਹੁਤ ਸਿੱਖਿਆ ਜਿਹੜੀ ਆ ਉਹ ਪ੍ਰਦਾਨ ਕੀਤੀ ਹੈ, ਸਾਨੂੰ ਜੀਵਾਂ ਨੂੰ ਦਿੱਤੀ ਹੈ। ਕਿਵੇਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ। ਸੰਗਤ ਜੀ, ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਸਲੋਕਾਂ ਵਿੱਚੋਂ ਆਪ ਜੀ ਕਥਾ ਸਰਵਣ ਕਰ ਰਹੇ ਹੋ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਸਮਝਾਉਂਦੇ ਹੈ ਵਾਹਿਗੁਰੂ ਜੀ ਦਾ ਨਾਮ ਕਿਉਂ ਜਪਣਾ ਹੈ। ਜੇ ਬੰਦੇ ਨੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਤੇ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ ਇਹ ਜਿਹੜੀ ਜ਼ਿੰਦਗੀ ਹੈ ਉਹ ਸਾਰੀ ਦੀ ਸਾਰੀ ਵਿਅਰਥ ਹੈ। ਕੱਲ੍ਹ ਆਪ ਜੀ ਨੇ ਸ਼ਲੋਕ ਸਰਵਣ ਕੀਤੇ। ਜਿਨ੍ਹਾਂ ਪੁਰਸ਼ਾਂ ਨੇ ਨਾਮ ਜਪ ਕੇ, ਮਹਾਰਾਜ ਕਹਿਣ ਲੱਗੇ ਮਾਇਆ ਦੀ ਮੇਰ ਛੱਡ ਦਿੱਤੀ, ਸੁੱਖ ਦੁੱਖ ਦਾ ਜਿਨ੍ਹਾਂ ਉੱਤੇ ਕੋਈ ਅਸਰ ਨਹੀਂ ਹੈਗਾ, ਜਿਨ੍ਹਾਂ ਦੇ ਉੱਤੇ ਵਿਖਿਆ ਦਾ ਅਸਰ ਨਹੀਂ ਹੈਗਾ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਪਿਆਰ ਪੈਦਾ ਹੋ ਗਿਆ, ਮਹਾਰਾਜ ਕਹਿਣ ਲੱਗੇ ਸਮਝੋ ਜਿਉਂਦਿਆਂ ਜੀ ਉਹ ਬੰਦੇ ਮੁਕਤ ਹੈਗੇ ਆ। ਕਹਿਣ ਲੱਗੇ ਜਿਉਂਦਿਆਂ ਜੀ ਉਹ ਮੁਕਤ ਹੈ। ਇਸ ਸੰਸਾਰ ਵਿੱਚ ਬੜੀ ਗੱਲ ਇਹ ਪ੍ਰਚਲਿਤ ਹੈ, ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ। ਕੋਈ ਝੂਠ ਨਹੀਂ ਹੈ, ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ। ਪਰ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਆ ਵਾਹਿਗੁਰੂ ਨੂੰ, ਹੇ ਵਾਹਿਗੁਰੂ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇ ਲਾ। ਕਹਿੰਦੇ ਵਾਹਿਗੁਰੂ ਮੈਨੂੰ ਮਰਨ ਤੋਂ ਬਾਅਦ ਤੁਸੀਂ ਮੁਕਤ ਕਰ ਦਿੱਤਾ, ਮੈਨੂੰ ਕੀ ਪਤਾ ਲੱਗਣਾ ਵੀ ਮੈਂ ਮੁਕਤ ਹੋਇਆ ਕਿ ਨਹੀਂ ਹੋਇਆ। ਮੈਨੂੰ ਮੁਕਤੀ ਦੇ ਆਨੰਦ ਦਾ ਕੀ ਪਤਾ ਹੈ। ਹੇ ਵਾਹਿਗੁਰੂ,
ਜੇ ਮੈਨੂੰ ਮੁਕਤ ਕਰਨਾ ਹੈ ਨਾ, ਜੀਂਦਿਆਂ ਜੀ ਮੁਕਤ ਕਰੋ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਜਿਉਂਦਿਆਂ ਜੀ ਮੁਕਤ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਨ੍ਹਾਂ ਮਾਇਆ ਛੱਡ ਦਿੱਤੀ, ਜਿਨ੍ਹਾਂ ਨੇ ਹਉਮੈ ਛੱਡ ਦਿੱਤੀ ਹੈ ਨਾ, ਉਹ ਵਿਅਕਤੀ ਜੀਂਦਿਆਂ ਜੀ ਮੁਕਤ ਨੇ ਕਹਿਣ ਲੱਗੇ। ਉਹਨਾਂ ਦੇ ਦਰਸ਼ਨ ਕਰ ਲਓ, ਸਮਝੋ ਤੁਹਾਨੂੰ ਮੁਕਤ ਪੁਰਸ਼ਾਂ ਦੇ ਦਰਸ਼ਨ ਹੋ ਗਏ ਆ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਖ ਮੁਕਤ ਪੁਰਸ਼ ਹਨ। ਸਾਧ ਸੰਗਤ ਜੀ ਮੁਕਤ ਪੁਰਸ਼। ਬਾਬਾ ਬਿਧੀ ਚੰਦ ਜੀ ਜੈਸੇ ਮਹਾਂਪੁਰਖ ਮੁਕਤ ਪੁਰਸ਼ ਹਨ। ਗੁਰੂ ਦੇ ਸ਼ਹੀਦ ਸਿੰਘ ਸਾਧ ਸੰਗਤ ਜੀ ਉਹ ਮੁਕਤ ਪੁਰਸ਼ ਹਨ। ਉਹਨਾਂ ਆਪਣੇ ਤਨ ਦੀ ਹਉਮੈ ਜਿਹੜੀ ਹੈ ਉਹ ਵੀ ਛੱਡ ਦਿੱਤੀ ਹੈ। ਮਹਾਰਾਜ ਕਹਿੰਦੇ ਕਿੰਨਾ ਵੱਡਾ ਵਾਹਿਗੁਰੂ ਦਾ ਨਾਮ ਹੈ। ਸਿੱਖੋ, ਉਸ ਵਾਹਿਗੁਰੂ ਦਾ ਨਾਮ ਜਪਿਆ ਕਰੋ। ਕੱਲ ਆਪ ਜੀ ਨੇ ਸ਼ਲੋਕ ਸਰਵਣ ਕੀਤਾ ਸੀਗਾ, ਕੇਵਲ ਟੂਕ ਮਾਤਰ ਕਹਿ ਕੇ ਫਿਰ ਆਪਾਂ ਅੱਜ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਕਰਾਂਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਭਾਈ ਸੰਸਾਰ ਵਿੱਚ ਜਨਮ ਤੇ ਮਰਨ ਦਾ ਬੜਾ ਭੈ ਹੈ, ਡਰ ਹੈ। ਛੋਟੇ ਛੋਟੇ ਹੋਰ ਵੀ ਡਰ ਬੜੇ ਲੱਗੇ ਰਹਿੰਦੇ ਬੰਦੇ ਨੂੰ ਜੀ। ਵੈਸੇ ਜਿਉਂ ਜੰਮਦਾ ਜਨਮ ਤੋਂ ਲੈ ਕੇ ਜਿੰਨਾ ਚਿਰ ਤੱਕ ਬੰਦਾ ਮਰ ਨਹੀਂ ਨਾ ਜਾਂਦਾ, ਡਰ ਨਹੀਂ ਤੇ ਮੁੱਕਦੇ ਜੀ। ਫਿਰ ਮਰਨ ਤੋਂ ਬਾਅਦ ਵੀ ਡਰ ਨਹੀਂ ਤੇ ਮੁੱਕਦੇ। ਜੇ ਤੁਸੀਂ ਕਹੋ ਵੀ ਮਰਨ ਤੋਂ ਬਾਅਦ ਵੀ ਡਰ ਮੁੱਕ ਜਾਂਦੇ, ਨਹੀਂ, ਮਰਨ ਤੋਂ ਬਾਅਦ ਵੀ ਡਰ ਨਹੀਂ ਮੁੱਕਦੇ। ਛੋਟੇ ਹੁੰਦੇ ਸਾਧ ਸੰਗਤ ਜੀ ਬੜੀ ਮਾਯੂਸੀ ਦੀ ਵਾਲੀ ਅਵਸਥਾ ਬੱਚੇ ਦੀ ਹੁੰਦੀ ਹੈ। ਮੰਨ ਲਓ ਵੀ ਪੇਟ 'ਚ ਦਰਦ ਹੈ, ਅੰਦਾਜ਼ਾ ਲਾ ਕੇ ਘਰ ਦੇ ਦੱਸਣਗੇ ਵੀ ਇਹਦੇ ਪੇਟ 'ਚ ਦਰਦ ਹੈ, ਬੰਦਾ ਬੋਲ ਕੇ ਨਹੀਂ ਦੱਸ ਸਕਦਾ ਜੀ। ਥੋੜਾ ਵੱਡਾ ਹੋਏਗਾ, ਮਾਪਿਆਂ ਦਾ ਡਰ। ਉਹਦੇ ਤੋਂ ਥੋੜਾ ਹੋਰ ਵੱਡਾ ਹੋਏਗਾ, ਉਸਤਾਦਾਂ ਦਾ ਡਰ ਜੀ। ਚੰਗੇ ਨੰਬਰ ਲੈ ਕੇ ਆਉਣੇ, ਇਹਦਾ ਵੀ ਮਨ 'ਚ ਡਰ ਹੀ ਲੱਗਾ ਰਹਿੰਦਾ। ਸੰਸਾਰ ਹੈ ਹੀ ਮਹਾਰਾਜ ਕਹਿੰਦੇ ਡਰ ਦਾ ਘਰ ਹੈਗਾ ਜੀ। ਇਸ ਸੰਸਾਰ ਵਿੱਚ ਉਹਦਾ ਡਰ ਦੂਰ ਹੁੰਦਾ ਜੇ ਜਿਹੜਾ ਰੱਬ ਤੋਂ ਡਰਦਾ ਹੈ, ਦੂਜੇ ਕਿਸੇ ਦਾ ਡਰ ਦੂਰ ਨਹੀਂ ਹੁੰਦਾ। ਇੱਕ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ, ਦੁਰਮਤ ਦਾ ਨਾਸ਼ ਕਰਨ ਵਾਲਾ ਹੈ। ਜਿਹੜੀ ਦੁਰਮਤ ਹੈ, ਖੋਟੀ ਬੁੱਧੀ ਹੈ, ਅਭਿਆਸੀਆਂ ਦਾ ਖਹਿੜਾ ਨਹੀਂ ਤੇ ਛੱਡਦੀ। ਬਹੁਤ ਦੂਰ ਤੱਕ ਦੁਰਮਤ ਬੰਦੇ ਦਾ ਪਿੱਛਾ ਕਰਦੀ ਹੈ, ਬਹੁਤ ਦੂਰ ਤੱਕ। ਕਿੰਨੀ ਦੂਰ ਤੱਕ? ਅਸੀਂ ਚਲੋ ਜ਼ਿਆਦਾ ਨਹੀਂ ਤੇ ਥੋੜ੍ਹੇ ਅਭਿਆਸੀ ਹੋਵਾਂਗੇ। ਤੁਸੀਂ ਗੁਰਮੁਖ ਪਿਆਰੇ ਸੰਗਤ ਬੈਠੇ ਹੋ, ਕਈ ਵਾਰੀ ਵੇਖਿਓ ਬਾਣੀ ਪੜ੍ਹਦਿਆਂ ਵੀ ਮਾੜੇ ਖਿਆਲ ਮਨ ਵਿੱਚ ਆਈ ਜਾਂਦੇ ਆ ਜੀ। ਬਾਣੀ ਪੜ੍ਹਦਿਆਂ ਵੀ ਮੈਨੂੰ ਇੱਕ ਸਿੰਘ ਕਹਿਣ ਲੱਗਾ, ਕਹਿੰਦਾ ਗਿਆਨੀ ਜੀ ਬਾਣੀ ਪੜ੍ਹਦਿਆਂ ਜਿਹੜੇ ਮੈਨੂੰ ਖਿਆਲ ਆਉਂਦੇ ਆ ਨਾ, ਜੇ ਕਹਿੰਦਾ ਮੈਂ ਉਹ ਦੱਸਾਂ ਤੇ ਤੁਸੀਂ ਮੈਨੂੰ ਫਤਿਹ ਵੀ ਨਾ ਬੁਲਾਓ ਕਹਿਣ ਲੱਗੇ। ਦੁਰਮਤ ਖਹਿੜਾ ਨਹੀਂ ਨਾ ਛੱਡਦੀ ਛੇਤੀ। ਬਾਣੀ ਪੜ੍ਹਦਿਆਂ ਕਥਾ ਸੁਣਦਿਆਂ ਵੀ ਭੈੜੇ ਭੈੜੇ ਖਿਆਲ ਆਈ ਜਾਂਦੇ ਆ। ਇੱਥੋਂ ਤੱਕ ਅਭਿਆਸੀ ਪੁਰਸ਼ਾਂ ਦਾ ਦੁਰਮਤ ਕਿੱਥੋਂ ਤੱਕ ਪਿੱਛਾ ਕਰਦੀ ਹੈ, ਆਪਣੇ ਗੁਰੂ ਜੀ ਤੇ ਵੀ ਸ਼ੰਕਾ ਕਰਾ ਦਿੰਦੀ ਹੈ। ਗੁਰੂ ਜੀ ਤੇ ਵੀ ਸ਼ੰਕਾ ਕਰਾ ਦਿੰਦੀ। ਮਹਾਰਾਜ ਕਹਿੰਦੇ ਜੇ ਕੋਈ ਦੁਰਮਤ ਦਾ ਨਾਸ਼ ਕਰ ਸਕਦਾ ਹੈ ਨਾ, ਉਹ ਵਾਹਿਗੁਰੂ ਦਾ ਨਾਮ ਕਰ ਸਕਦਾ। ਸਿੱਖ ਅਭਿਆਸ ਕਰਦਾ ਰਹੇ, ਭਜਨ ਕਰਦਾ ਰਵੇ, ਤੇ ਫਿਰ ਦੁਰਮਤ ਦਾ ਨਾਸ਼ ਜਿਹੜਾ ਹੋ ਜਾਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਭੈ ਨਾਸਨ ਦੁਰਮਤ ਹਰਨ। ਖਾਸ ਕਰਕੇ ਕਲਯੁਗ ਵਿੱਚ ਤਾਂ ਬਹੁਤੀ ਦੁਰਮਤ ਦਾ ਜਿਹੜਾ ਉਹ ਪ੍ਰਭਾਵ ਪਿਆ ਹੋਇਆ। ਹਰ ਇੱਕ ਨੂੰ ਨਹੀਂ ਪਤਾ ਲੱਗਦਾ ਵੀ ਮੇਰੇ ਅੰਦਰ ਦੁਰਮਤ ਹੈਗੀ ਹੈ ਜੀ। ਤੁਸੀਂ ਕਹੋ ਵੀ ਜਿਹੜੇ ਪੱਬ 'ਚ ਜਾ ਰਹੇ ਆ, ਸ਼ਰਾਬ ਪੀ ਰਹੇ ਆ, ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਸਾਡੇ ਅੰਦਰ ਦੁਰਮਤ ਹੈਗੀ, ਕਦੀ ਨਹੀਂ ਪਤਾ ਲੱਗਦਾ ਜੀ। ਦੁਰਮਤ ਦਾ ਉਹਨੂੰ ਪਤਾ ਲੱਗਦਾ ਜਿਹੜਾ ਗੁਰਮਤ ਦੇ ਨੇੜੇ ਜਾਣ ਲੱਗ ਪੈਂਦਾ। ਜਿਹੜਾ ਥੋੜ੍ਹਾ ਬਹੁਤਾ ਭਜਨ ਕਰਨ ਲੱਗ ਪੈਂਦਾ ਹੈ ਨਾ, ਉਹਨੂੰ ਦੁਰਮਤ ਦਾ ਪਤਾ ਲੱਗਦਾ, ਜੇ ਦੂਜੇ ਕਿਸੇ ਨੂੰ ਦੁਰਮਤ ਦਾ ਪਤਾ ਨਹੀਂ ਲੱਗਦਾ ਜੀ। ਮਹਾਰਾਜ ਕਹਿੰਦੇ ਦੁਰਮਤ ਦਾ ਵੀ ਨਾਸ਼ ਹੁੰਦਾ ਜਦੋਂ ਕੋਈ ਭਜਨ ਕਰਦਾ, ਜਿਹੜਾ ਦਿਨ ਰਾਤ ਮੇਰਾ ਵਾਹਿਗੁਰੂ ਦਾ ਨਾਮ ਜਪਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਦੇ ਸਾਰੇ ਕੰਮ ਪੂਰੇ ਹੁੰਦੇ ਆ। ਸੋ ਸੰਗਤ ਜੀ ਆਪਾਂ ਯਤਨ ਕਰਨਾ ਹੈ, ਨਾਲ ਨਾਲ ਮਹਾਰਾਜ ਜੀ ਦੀ ਬਾਣੀ ਸੁਣਨੀ ਹੈ, ਨਾਲ ਨਾਲ ਸਵੈ ਵਿਸ਼ਲੇਸ਼ਣ ਕਰਨਾ ਹੈ। ਅਸੀਂ ਕਿੰਨੀ ਕੁ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੋਈ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸ਼ਤਾਬਦੀਆਂ ਬਹੁਤ ਆਈਆਂ ਜੀ, ਬੜੀਆਂ ਸ਼ਤਾਬਦੀਆਂ ਮਨਾਈਆਂ ਨੇ।
ਮਨਾਉਂਦੇ ਹੀ ਰਹਿਣਾ। ਐਸੇ ਸੁਹਾਵਣੇ ਸਮੇਂ ਆਉਂਦੇ ਹੀ ਰਹਿਣ, ਪਰ ਚੇਤਾ ਰੱਖਿਓ ਮਨ ਵਿੱਚ ਇਸ ਗੱਲ ਦੀ ਵੀ ਵਿਚਾਰ ਰੱਖਣੀ ਹੈ, ਮੇਰਾ ਕਿੰਨਾ ਕੁ ਵਾਹਿਗੁਰੂ ਨਾਲ ਪਿਆਰ ਪੈਦਾ ਹੋਇਆ, ਮੈਂ ਕਿੰਨੀ ਕੁ ਬਾਣੀ ਵੱਧ ਪੜ੍ਹਨੀ ਸ਼ੁਰੂ ਕੀਤੀ ਹੈ, ਕਿੰਨੇ ਕੁ ਮਾੜੇ ਕੰਮ ਜਿਹੜੇ ਆ ਉਹ ਮੈਂ ਕਰਨੇ ਬੰਦ ਕਰ ਦਿੱਤੇ ਆ। ਇਹਨਾਂ ਗੱਲਾਂ ਦੀ ਵਿਚਾਰ ਵੀ ਜ਼ਰੂਰ ਕਰਨੀ ਹੈ। ਆਓ ਮਹਾਰਾਜ ਔਰੰਗਜ਼ੇਬ ਦੀ ਕੈਦ ਵਿੱਚ ਬੈਠ ਕੇ ਇਹ ਸ਼ਲੋਕ ਲਿਖਦੇ ਆ। ਆਨੰਦਪੁਰ ਸਾਹਿਬ ਦੀਆਂ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਲੋਕ ਜਿਹੜੇ ਸਨ ਉਹ ਲਿਖ ਕੇ ਭੇਜੇ ਸਨ। ਸਿੱਖ ਚਿੱਠੀਆਂ ਭੇਜਦੇ ਹੁੰਦੇ ਸਨ ਮਹਾਰਾਜ ਜੀ ਨੂੰ, ਮਹਾਰਾਜ ਉਹਨਾਂ ਚਿੱਠੀਆਂ ਦਾ ਉੱਤਰ ਦਿੰਦੇ ਸਨ। ਸਿੱਖ ਕਹਿੰਦੇ ਮਹਾਰਾਜ ਵਾਹਿਗੁਰੂ ਦਾ ਨਾਮ ਕਿਵੇਂ ਜਪਣਾ ਹੈ, ਸੋ ਮਹਾਰਾਜ ਉਹਦਾ ਉੱਤਰ ਦਿੰਦੇ ਆ। ਪਿਆਰ ਨਾਲ ਸਾਰੀ ਸੰਗਤ ਕਥਾ ਸਰਵਣ ਕਰੀਏ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹਵਾ ਗੁਣ ਗੋਬਿੰਦ ਭਜੋ। ਹਜੂਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਸਿੱਖੋ ਤੁਹਾਨੂੰ ਵਾਹਿਗੁਰੂ ਨੇ ਜੀਭ ਬਖਸ਼ਿਸ਼ ਕੀਤੀ ਹੈ। ਇਹ ਜੀਭ ਦਾ ਲਾਭ ਤਾਂ ਹੀ ਹੈ ਜੇ ਤੁਸੀਂ ਇਸ ਜੀਭ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਭਜੋ। ਜੇ ਜੀਭ ਨਾਲ ਵਾਹਿਗੁਰੂ ਬੋਲੇਗਾ, ਮਹਾਰਾਜ ਕਹਿੰਦੇ ਜੀਭ ਦਾ ਲਾਭ ਹੈ। ਜੇ ਜੀਭ ਨਾਲ ਨਾਮ ਨਹੀਂ ਤੂੰ ਜਪਦਾ ਤੇ ਬੜੇ ਸਖਤ ਬਚਨ ਵੀ ਕਹੇ ਮਹਾਰਾਜ ਨੇ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਜਿਹੜੀ ਜੀਭ ਨਾਮ ਨਹੀਂ ਨਾ ਜਪਦੀ, ਕਦੀ ਵਾਹਿਗੁਰੂ ਨਹੀਂ ਬੋਲਿਆ, ਕਦੀ ਮੁਖ ਤੋਂ ਰਾਮ ਨਹੀਂ ਬੋਲਿਆ, ਕਦੀ ਅੱਲਾ ਨਹੀਂ ਆਖਿਆ, ਮਹਾਰਾਜ ਕਹਿੰਦੇ ਤਿਲ ਤਿਲ ਕਰਕੇ ਕੱਟੀ ਜਾਂਦੀ ਹੈ ਅੱਗੇ ਜਾ ਕੇ। ਸੋ ਜੇ ਵਾਹਿਗੁਰੂ ਨੇ ਜੀਭ ਬਖਸ਼ਿਸ਼ ਕੀਤੀ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਜੀਭ ਤੋਂ ਵਾਹਿਗੁਰੂ ਦੇ ਪਰਉਪਕਾਰ ਦੱਸਿਆ ਕਰੋ ਸਾਰਿਆਂ ਨੂੰ। ਜਿਹਵਾ ਗੁਣ, ਦਾਸ ਨੇ ਉਦਣ ਵੀ ਬੇਨਤੀ ਕੀਤੀ ਸੀ ਜਿੱਦਣ ਸ਼ਲੋਕਾਂ ਦੀ ਆਰੰਭਤਾ ਹੋਈ ਸੀ। ਗੁਣ ਲਿਖਿਆ ਹੈ, ਗੁਣ ਨਹੀਂ ਲਿਖਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਇਹਦੇ ਵੀ ਮਹਾਂਪੁਰਖਾਂ ਨੇ ਦੋ ਅਰਥ ਕੀਤੇ ਹੈ। ਇੱਕ ਹੈ ਗੁਣ ਗੋਬਿੰਦ ਗਾਇਓ ਨਹੀਂ, ਵਾਹਿਗੁਰੂ ਦੇ ਗੁਣ ਨਹੀਂ ਗਾਏ, ਜਨਮ ਵਿਅਰਥ ਕਰ ਲਿਆ। ਦੂਜਾ ਅਰਥ ਕੀਤਾ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾ ਲਏ ਉਹਨਾਂ ਨੇ ਫਿਰ ਜਨਮ ਜਿਹੜਾ ਅਕਾਰਥ ਨਹੀਂ ਗਵਾਇਆ, ਵਿਅਰਥ ਨਹੀਂ ਗਵਾਇਆ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਦੇ ਗੁਣ ਗਾਇਆ ਕਰੋ ਜੀਭ ਦੇ ਨਾਲ। ਕਿਵੇਂ? ਉਸ ਵਾਹਿਗੁਰੂ ਨੇ ਕਿੰਨਾ ਵਧੀਆ ਮੈਨੂੰ ਸਰੀਰ ਦਿੱਤਾ, ਕਿੰਨਾ ਵਧੀਆ ਉਹ ਵਾਹਿਗੁਰੂ ਮੈਨੂੰ ਭੋਜਨ ਦਿੰਦਾ, ਕਿੰਨਾ ਵਧੀਆ ਪਰਿਵਾਰ ਬਖਸ਼ਿਆ। ਮਹਾਰਾਜ ਕਹਿੰਦੇ ਜੀਭ ਦੇ ਨਾਲ ਉਹਦੇ ਗੁਣ ਗਾਇਆ ਕਰੋ, ਭਜਿਆ ਕਰੋ। ਕਰਨ ਸੁਨਹੁ ਹਰ ਨਾਮ। ਤੇ ਵਾਹਿਗੁਰੂ ਨੇ ਕੰਨ ਲਾਏ ਆ, ਬੜੇ ਅਮੋਲਕ ਲਾਏ ਆ। ਕਿਸ ਵਾਸਤੇ ਲਾਏ ਆ? ਮਹਾਰਾਜ ਕਹਿੰਦੇ ਕੰਨਾਂ ਦੇ ਨਾਲ ਵਾਹਿਗੁਰੂ ਦਾ ਨਾਮ ਸੁਣਿਆ ਕਰੋ। ਇਹ ਸਾਧ ਸੰਗਤ ਜੀ ਸਾਡੇ ਕਰਮ ਇੰਦਰੇ, ਗਿਆਨ ਇੰਦਰੇ ਜਿਹੜੇ ਆ ਨਾ, ਜੇ ਇਹਨਾਂ ਨੂੰ ਵਰਤਣਾ ਆ ਜਾਵੇ ਤੇ ਬੜੀ ਛੇਤੀ ਵਾਹਿਗੁਰੂ ਨਾਲ ਧਿਆਨ ਲੱਗ ਜਾਂਦਾ। ਸ੍ਰੀ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ, ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨ ਨੋ ਪਠਾਏ। ਸਾਚੈ ਸੁਣਨ ਨੋ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ ਸੱਚੀ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣਿਆ ਕਰ। ਹਾਂਜੀ, ਕਹੋ ਨਾਨਕ ਸੁਨ ਰੇ ਮਨਾ। ਹੁਣ ਮਹਾਰਾਜ ਕਹਿੰਦੇ ਮਨ ਕਰਕੇ ਮੇਰੀ ਗੱਲ ਸੁਣ, ਧਿਆਨ ਨਾਲ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗੱਲ ਸੁਣੋ। ਪਰ ਹੈ ਨਾ ਜਮ ਕੈ ਧਾਮ। ਜੇ ਤੂੰ ਜੀਭ ਤੋਂ ਵਾਹਿਗੁਰੂ ਦੇ ਗੁਣ ਗਾਏਗਾ, ਕੰਨਾਂ ਤੋਂ ਵਾਹਿਗੁਰੂ ਦੇ ਗੁਣ ਸੁਣੇਗਾ, ਕਥਾ ਸੁਣੇਗਾ, ਕੀਰਤਨ ਸੁਣੇਗਾ, ਕਦੀ ਤੂੰ ਜਮਾਂ ਦੇ ਘਰ ਨਹੀਂ ਜਾਏਗਾ। ਜਮਾਂ ਦਾ ਵੀ ਸਾਧ ਸੰਗਤ ਜੀ ਘਰ ਹੈ ਜਿੱਥੇ ਬੜੇ ਦੁੱਖ ਆਤਮਾ ਨੂੰ ਮਿਲਦੇ। ਕਈ ਪ੍ਰੇਮੀ ਮਿਲਦੇ ਆ, ਕਹਿੰਦੇ ਗਿਆਨੀ ਜੀ ਸਾਰੀ ਦਿਹਾੜੀ ਅਸੀਂ ਕਥਾ ਸੁਣਦੇ ਹਾਂ। ਇੱਕ ਪ੍ਰੇਮੀ ਮੈਨੂੰ ਮਿਲਿਆ, ਮੈਂ ਕਿਹਾ ਜੀ ਕਿੰਨਾ ਨਿਤਨੇਮ ਕਰਦੇ ਹੋ? ਪਹਿਲਾਂ ਤੋਂ ਦੱਸੇ ਨਾ। ਫਿਰ ਉਹਨੇ ਦੱਸਿਆ, ਕਹਿਣ ਲੱਗਾ ਵੀ ਜਿੰਨਾ ਚਿਰ ਤੱਕ 8 ਘੰਟੇ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਨਹੀਂ ਨਾ ਮੈਂ ਸੁਣ ਲੈਂਦਾ, ਮੈਨੂੰ ਚੈਨ ਨਹੀਂ ਆਉਂਦਾ। ਕਹਿਣ ਲੱਗੇ ਐਸੇ ਗੁਰਮੁਖ ਵੀ ਬੈਠੇ ਹੋਏ ਨੇ। ਕਹਿੰਦਾ ਮੈਨੂੰ ਚੈਨ ਨਹੀਂ ਆਉਂਦਾ, ਜਿਸ ਦਿਨ ਕੀਰਤਨ ਨਾ ਸੁਣਿਆ ਜਾਵੇ ਮੈਨੂੰ ਇਉਂ ਲੱਗਦਾ ਜਿਵੇਂ ਕੁਝ ਗਵਾਚ ਗਿਆ। ਪ੍ਰੇਮੀ ਕਹਿੰਦੇ ਜਿੱਦਣ ਮਹਾਰਾਜ ਦੀ ਕਥਾ ਨਾ ਸੁਣੀ ਜਾਵੇ ਇਉਂ ਲੱਗਦਾ ਜਿਵੇਂ ਕੁਝ ਗਵਾਚ ਗਿਆ।
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੇ ਐਸੇ ਜੀਵ ਹੈ ਨਾ ਕਦੀ ਜਮਾਂ ਦੇ ਘਰ ਨਹੀਂ ਜਾਂਦੇ। ਜੋ ਪ੍ਰਾਨੀ ਮਮਤਾ ਤਜੈ, ਜਿਹੜਾ ਪ੍ਰਾਣੀ ਪ੍ਰਾਣਾ ਧਾਰੀ ਜੀਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਮਤਾ ਨੂੰ ਛੱਡ ਦੇਵੇ, ਆਪਣੇ ਅੰਦਰੋਂ ਮਮਤਾ ਨੂੰ ਕੱਢ ਦੇਵੇ, ਮੈਂ ਮੇਰੀ ਇਸ ਗੱਲ ਨੂੰ ਕੱਢ ਦੇਵੇ। ਲੋਭ ਮੋਹ ਅਹੰਕਾਰ, ਲੋਭ ਵੀ ਨਾ ਹੋਵੇ ਉਹਨੂੰ, ਲਾਲਚ ਵੀ ਨਾ ਹੋਵੇ, ਮੋਹ ਵੀ ਨਾ ਹੋਵੇ। ਮੋਹ ਬੜਾ ਸਤਾਉਂਦਾ ਜੇ, ਬੜਾ ਸਤਾਉਂਦਾ। ਮੋਹ ਦਾ ਨਾਸ ਕਰਨਾ ਬੜਾ ਔਖਾ ਹੈ। ਗੱਜ ਕੇ ਆਖੋ ਵਾਹਿਗੁਰੂ। ਮੇਰੇ ਨਾਲ ਇੱਕ ਸਿੰਘ ਹੈ, ਜਦੋਂ ਕਥਾ ਦਾ ਸਮਾਂ ਹੋਵੇ ਉਹਨੂੰ ਘਰੋਂ ਫੋਨ ਆ ਜਾਂਦਾ ਹੈ ਜੀ ਉਹ ਫਿਰ ਦੀ ਘਰ ਦੀ ਤਿਆਰੀ ਖਿੱਚ ਲੈਂਦਾ ਹੈ। ਹਾਂਜੀ, ਜਦੋਂ ਘਰ ਦੀ ਤਿਆਰੀ ਖਿੱਚ ਲੈਂਦਾ ਫਿਰ ਸਮਝੋ ਵੀ ਮੋਹ ਆ ਗਿਆ ਅੱਗੇ। ਸਾਰੀ ਦਿਹਾੜੀ ਪਈ ਹੈ ਪਰ ਉਹ ਕਿੱਥੋਂ ਜੀ, ਉਹ ਫਿਰ ਜਦੋਂ ਕੋਈ ਵਿਰਲਾ ਹੈ ਜਿਹੜਾ ਫਿਰ ਮੋਹ ਦੀਆਂ ਤੰਦਾਂ ਦਾ ਨਾਸ ਕਰਦਾ। ਮਹਾਰਾਜ ਕਹਿੰਦੇ ਜਿਹੜਾ ਮੋਹ ਨਾਸ ਕਰ ਦੇਵੇ, ਜਿਹੜਾ ਲੋਭ ਛੱਡ ਦੇਵੇ ਤੇ ਹੰਕਾਰ ਛੱਡ ਦੇਵੇ, ਹਉਮੈ ਨੂੰ ਆਪਣੇ ਅੰਦਰੋਂ ਤਿਆਗ ਦੇਵੇ। ਕਹੋ ਨਾਨਕ ਆਪਨ ਤਰੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਿੱਖੋ ਐਸਾ ਰੱਬ ਦਾ ਪਿਆਰਾ ਆਪ ਤਰ ਜਾਂਦਾ ਹੈ, ਤਰ ਜਾਂਦਾ ਹੈ ਉਹ ਜਿਹੜਾ ਆਪਣੇ ਅੰਦਰੋਂ ਇਹਨਾਂ ਚੀਜ਼ਾਂ ਨੂੰ ਕੱਢਦਾ। ਸੌਖਾ ਥੋੜ੍ਹੀ ਹੈ, ਇਹ ਨਾਮ ਦੇ ਨਾਲ ਹੀ ਕੱਢੀਆਂ ਜਾਂਦੀਆਂ ਜੀ। ਉਹ ਆਪ ਤਰਦਾ ਹੈ। ਔਰਨ ਲੇਤ ਉਧਾਰ, ਤੇ ਫਿਰ ਪੂਰਾਂ ਦੇ ਪੂਰ ਤਾਰ ਦਿੰਦਾ। ਮਹਾਰਾਜ ਕਹਿਣ ਲੱਗੇ ਪੂਰਾਂ ਦੇ ਪੂਰ ਤਾਰਦਾ ਜੇ। ਜਿਹੜਾ ਉਹਦੀ ਸੰਗਤ ਵਿੱਚ ਆਵੇ ਉਹ ਤਰਦਾ ਜਾਂਦਾ ਜੀ। ਜਿਹੜਾ ਉਹਦੇ ਦਰਸ਼ਨ ਕਰਦਾ ਜਾਵੇ ਉਹ ਤਰਦਾ ਜਾਂਦਾ। ਕਿਹਦੇ? ਜਿਹੜਾ ਸਾਧ ਸੰਗਤ ਦੀ ਭਜਨ ਕਰਦਾ, ਬਾਣੀ ਪੜ੍ਹਦਾ, ਜਿਹੜਾ ਨਾਮ ਜਪਦਾ ਨਾ, ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਨਾਨਕ ਤੇ ਮੁਖ ਉਜਲਾ। ਪਹਿਲਾਂ ਉਹਦਾ ਆਪਣਾ ਮੁਖ ਉਜਲਾ ਤੇ ਫਿਰ ਕੀ ਹੁੰਦਾ? ਸ੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਕੀਤੀ ਛੁੱਟੀ ਨਾ। ਕਈਆਂ ਨੂੰ ਛੁਡਾ ਲੈਂਦਾ, ਤਾਰ ਲੈਂਦਾ ਹੈ। ਜਿਉ ਸੁਪਨਾ ਅਰ ਪੇਖਨਾ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਿੱਠੀ ਭੇਜੀ ਆਨੰਦਪੁਰ ਸਾਹਿਬ ਤੋਂ, ਮਹਾਰਾਜ ਇਹ ਸੰਸਾਰ ਕੈਸਾ ਹੈ? ਗੱਜ ਕੇ ਆਖੋ ਵਾਹਿਗੁਰੂ। ਸੰਸਾਰ ਕਿਹੋ ਜਿਹਾ ਆ ਤੁਸੀਂ ਵੇਖ ਰਹੇ ਹੋ ਨਾ? ਬਿਮਾਰੀ ਹੈ ਜਾਂ ਸਰਕਾਰ ਦੀ ਸਾਜ਼ਿਸ਼ ਹੈ ਇਹ ਤਾਂ ਵਾਹਿਗੁਰੂ ਜਾਣਦਾ ਹੈ ਜੀ। ਪਰ ਸੰਸਾਰ ਕੈਸਾ ਹੈ? ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਤਰ ਦਿੱਤਾ। ਫਿਰ ਪੜੋ। ਜਿਉ ਸੁਪਨਾ ਅਰ ਪੇਖਨਾ। ਮਹਾਰਾਜ ਗਰੀਬ ਨਵਾਜ ਕਹਿੰਦੇ ਜਿਵੇਂ ਸੁਪਨਾ ਹੈ ਨਾ, ਸੁਪਨਾ, ਹੁਣ ਸੁਪਨੇ ਛੇਤੀ ਚਿੱਤ ਮੂਰਖ ਲਾਇਆ। ਸੁਪਨੇ ਵਿੱਚ ਬਣ ਗਿਆ ਕੋਈ ਪ੍ਰਧਾਨ ਮੰਤਰੀ ਤੇ ਸਵੇਰੇ ਉੱਠ ਕੇ ਆਰਡਰ ਮਾਰਨ ਲੱਗ ਪਿਆ ਵੀ ਚਲੋ ਸੜਕ ਬਣਾਓ, ਹੋ ਜਾਏਗੀ ਗੱਲ? ਕਦੀ ਗੱਲ ਨਹੀਂ ਬਣਦੀ। ਮਹਾਰਾਜ ਕਹਿੰਦੇ ਜਿਵੇਂ ਸੁਪਨਾ ਹੈ, ਜਿਉਂ ਸੁਪਨਾ ਔਰ ਪੇਖਣਾ। ਪੇਖਣਾ ਦਾ ਅਰਥ ਵੇਖਣਾ ਵੀ ਹੈ, ਪਰ ਪੇਖਣਾ ਦਾ ਅਰਥ ਦੂਜਾ ਹੈ। ਪੇਖਣਾ ਦਾ ਅਰਥ ਹੈ ਜਿਵੇਂ ਬਾਜੀਗਰ ਦੀ ਖੇਡ ਹੁੰਦੀ ਹੈ। ਸਾਧ ਸੰਗਤ ਜੀ, ਬਾਜੀਗਰ ਦੀ ਖੇਡ ਨਾਲ ਕੋਈ ਚਿੱਤ ਲਾ ਲੇ, ਜਿਹੜੇ ਕਠਪੁਤਲੀਆਂ ਦਾ ਖੇਡ ਹੈ, ਮਹਾਰਾਜ ਉਸ ਸਮੇਂ ਇਹ ਖੇਡ ਬੜੀ ਚੱਲਦੀ ਸੀ। ਜੇ ਕੋਈ ਉਸ ਖੇਡ ਨਾਲ ਚਿੱਤ ਲਾ ਲੇ ਤੇ ਚਿੱਤ ਲਾ ਕੇ ਬੈਠਾ ਰਵੇ ਤੇ ਮੂਰਖ ਹੀ ਹੈ ਨਾ, ਕਿਉਂ ਖੇਡ ਤੇ ਮੁੱਕਣੀ ਹੈ। ਅਗਲੇ ਨੇ ਸਭ ਕਠਪੁਤਲੀਆਂ ਜਿਹੜੀਆਂ ਉਹ ਆਪਣੇ ਟੈਚੀ 'ਚ ਪਾ ਕੇ ਲੈ ਜਾਣੀਆਂ ਨੇ ਸਾਰੀਆਂ। ਮਹਾਰਾਜ ਕਹਿੰਦੇ ਸੰਸਾਰ ਇਸ ਤਰ੍ਹਾਂ ਦਾ ਹੀ ਹੈ। ਹਾਂਜੀ, ਐਸੇ ਜਗ ਕਉ ਜਾਨ। ਸਿੱਖਾ ਪਿਆਰਿਆ, ਜਗਤ ਨੂੰ ਇਸ ਤਰ੍ਹਾਂ ਜਾਣ ਜਿਵੇਂ ਸੁਪਨਾ ਵੇਖੀਦਾ ਹੈ, ਜਿਵੇਂ ਬਾਜੀਗਰ ਦੀ ਖੇਡ ਦੇਖੀਦੀ ਹੈ। ਮਹਾਰਾਜ ਕਹਿੰਦੇ ਜਗਤ ਨੂੰ ਐਸਾ ਜਾਣਨਾ ਕਰ। ਇਨ ਮੈਂ ਕਛ ਸਾਚੋ ਨਹੀਂ। ਸੁਪਨਾ ਸੱਚਾ ਹੁੰਦਾ ਨਹੀਂ? ਸਾਧ ਸੰਗਤ ਜੀ, ਸੁਪਨਾ ਸੱਚਾ ਨਹੀਂ ਹੁੰਦਾ। ਹਾਂਜੀ, ਉਹ ਠੀਕ ਹੈ ਜੋ ਸੁਪਨੇ 'ਚ ਦ੍ਰਿਸ਼ ਵਰਤੇ, ਕਈ ਵਾਰੀ ਉਹ ਜ਼ਿੰਦਗੀ 'ਚ ਆ ਜਾਏ, ਕਹਿੰਦੇ ਉਹ ਸੱਚਾ ਹੈ, ਪਰ ਸੁਪਨਾ ਸਦਾ ਤੇ ਨਹੀਂ ਨਾ ਰਹਿੰਦਾ, ਸਦਾ ਤੇ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਨਾ ਸੁਪਨਾ ਸੱਚਾ, ਨਾ ਬਾਜੀਗਰ ਦੀ ਖੇਡ ਸੱਚੀ, ਨਾ ਸੰਸਾਰ ਸੱਚਾ। ਕਹਿਣ ਲੱਗੇ ਇਹਨਾਂ ਵਿੱਚ ਕੁਝ ਵੀ ਸੱਚਾ ਨਹੀਂ ਹੈ। ਹਾਂਜੀ, ਨਾਨਕ ਬਿਨ ਭਗਵਾਨ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਫਿਰ ਸੱਚਾ ਕੌਣ ਹੈ? ਫਿਰ ਪੜੋ। ਨਾਨਕ ਬਿਨ ਭਗਵਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਭਗਵਾਨ ਤੋਂ ਬਗੈਰ ਹੋਰ ਕੋਈ ਸੱਚਾ ਨਹੀਂ ਜੇ ਹੈਗਾ। ਵਾਹਿਗੁਰੂ ਤੋਂ ਬਗੈਰ ਕੋਈ ਸੱਚਾ ਨਹੀਂ ਜੇ ਹੈਗਾ।
ਬਾਕੀ ਸਭ ਝੂਠ ਹੈਗਾ ਹੈ ਜੀ। ਬੜੇ ਬੜੇ ਇਸ ਸੰਸਾਰ 'ਚ ਲੋਕ ਹੋਏ ਆ, ਸੁਪਨੇ ਵਰਗੇ ਸਨ ਸਾਧ ਸੰਗਤ ਦੀ, ਅੱਜ ਉਹ ਲੱਭਦੇ ਕਿਤੇ ਜੀ। ਮੈਂ ਵੇਖਦਾ ਹੁੰਦਾ ਸਾਂ, ਸਾਡੇ ਸਾਹਮਣੇ ਬੜੇ ਬੜੇ ਸਿਆਣੇ ਸਰੀਰ ਬਹਿ ਕੇ ਕਥਾ ਸੁਣਦੇ। ਤੁਸੀਂ ਆਪਣੇ ਘਰਾਂ ਵਿੱਚ ਐਲਬਮ ਵਿੱਚ ਵੇਖ ਲਿਓ ਖੋਲ ਕੇ, ਕਈ ਸਰੀਰ ਹੁੰਦੇ ਆ ਜਿਹੜੇ ਫਿਰ ਚਲੇ ਜਾਂਦੇ ਆ ਸਾਧ ਸੰਗਤ। ਕੋਈ ਹੈ ਸੱਚਾ? ਮਹਾਰਾਜ ਕਹਿੰਦੇ ਨਹੀਂ, ਪਰ ਵਾਹਿਗੁਰੂ ਉਦੋਂ ਵੀ ਸੀ ਸਾਧ ਸੰਗਤ। ਵਾਹਿਗੁਰੂ ਪਹਿਲਾਂ ਵੀ ਸੀ, ਹੁਣ ਵੀ ਹੈ, ਸਦਾ ਰਹਿਣਾ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਤੋਂ ਬਗੈਰ ਕੋਈ ਸੱਚਾ ਨਹੀਂ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਨਿਸ ਦਿਨ ਮਾਇਆ ਕਾਰਨੇ। ਲਓ ਜੀ, ਹੁਣ ਸਾਡੀ ਸਾਰਿਆਂ ਦੀ ਫਿਰ ਗੱਲ ਆ ਗਈ। ਆਖੋ ਵਾਹਿਗੁਰੂ ਵਾਹਿਗੁਰੂ। ਅੱਗੇ ਵੀ ਪੜ੍ਹਦੇ ਹੋ ਪ੍ਰਾਣੀ। ਪ੍ਰਾਨੀ ਡੋਲਤ ਨੀਤ। ਮਹਾਰਾਜ ਕਹਿੰਦੇ ਦਿਨ ਰਾਤ ਮਾਇਆ ਵਾਸਤੇ ਬੰਦਾ ਡੱਕੇ ਡੋਲੇ ਖਾਂਦਾ ਹੈ ਜੀ। ਦਿਨ ਰਾਤ ਮਾਇਆ ਵਾਸਤੇ, ਮਾਇਆ ਦਾ ਹੀ ਪ੍ਰਬੰਧ ਕਰਦਾ ਫਿਰਦਾ ਹੈ ਨਾ। ਵੱਡੀਆਂ ਵੱਡੀਆਂ ਪੜ੍ਹਾਈਆਂ ਕੀਤੀਆਂ, ਕੋਈ ਬ੍ਰਹਮ ਗਿਆਨੀ ਬਣਨ ਲਈ ਕੀਤੀਆਂ ਨੇ। ਵੱਡੀਆਂ ਵੱਡੀਆਂ ਪੜ੍ਹਾਈਆਂ ਕੀਤੀਆਂ, ਬ੍ਰਹਮ ਗਿਆਨ ਪ੍ਰਾਪਤ ਕਰਨ ਲਈ ਤੇ ਨਹੀਂ ਨਾ ਕੀਤੀਆਂ। ਇੰਜੀਨੀਅਰ ਬਣ ਜਾਵਾਂਗੇ, ਡਾਕਟਰ ਬਣ ਜਾਵਾਂਗੇ, ਵਕੀਲ ਬਣ ਜਾਵਾਂਗੇ, ਜੱਜ ਬਣ ਜਾਵਾਂਗੇ। ਮੁੱਖ ਮਕਸਦ ਕੀ ਹੈ? ਮੁੱਖ ਮਕਸਦ ਤਾਂ ਪੈਸਾ ਹੀ ਹੈ। ਆਖੋ ਵਾਹਿਗੁਰੂ। ਆ ਕੈਮਰੇ ਵਾਲੇ ਭਾਈ ਨੇ ਇਹ ਕੰਮ ਸਿੱਖਿਆ, ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਥੋੜ੍ਹੀ ਸੁਣਿਆ ਸਿੱਖਿਆ। ਹਾਂਜੀ, ਅੱਜ ਮੈਂ ਕਿਹਾ ਵੀ ਬਾਹਰ ਨਹੀਂ ਬਹਿਣਾ, ਅੰਦਰ ਬਹਿ ਕੇ ਕਥਾ ਸੁਣ। ਇਹ ਕੋਈ ਕਥਾ ਸੁਣਨ ਲਈ ਥੋੜ੍ਹੀ ਕੀ ਸਿੱਖਿਆ ਕੰਮ ਜੀ, ਇਹ ਤਾਂ ਮਾਇਆ ਲਈ ਸਿੱਖਿਆ। ਮੈਂ ਵੇਖਦਾ ਸਾਧ ਸੰਗਤ ਜੀ, ਗੁਰੂ ਘਰਾਂ ਵਿੱਚ ਵੀ ਦਿਨ ਰਾਤ ਬਹੁਤ ਸਾਰੇ ਲੋਕ ਐਸੇ ਆਉਂਦੇ ਆ ਜਿਹੜੇ ਮਾਇਆ ਦੀਆਂ ਅਰਦਾਸਾਂ ਕਰਾਉਂਦੇ ਆ। ਅਧਿਆਤਮਕ ਤਰੱਕੀ ਲਈ ਕੋਈ ਵਿਰਲਾ ਹੀ ਆਉਂਦਾ ਹੈ ਜਿਹੜਾ ਕਹਿੰਦਾ ਭਾਈ ਸਾਹਿਬ ਮੇਰੀ ਅਰਦਾਸ ਕਰ ਦਿਓ, ਇੰਨੀ ਬਾਣੀ ਪੜ੍ਹਿਆ ਕਰਾਂ। ਭਾਈ ਸਾਹਿਬ ਇੰਨਾ ਜਾਪ ਕੀਤਾ, ਭਜਨ ਕੀਤਾ, ਇਹਦੀ ਅਰਦਾਸ ਕਰ ਦਿਓ। ਭਾਈ ਸਾਹਿਬ ਸੇਵਾ ਕਰਦਿਆਂ ਮਨ ਦੇ ਫੁਰਨੇ ਮਾੜੇ ਬਣਦੇ, ਇਹਦੀ ਅਰਦਾਸ ਕਰੋ। ਕਰਾਉਂਦਾ ਕੋਈ ਆਪਣੀ ਅਧਿਆਤਮਕ ਤਰੱਕੀ ਦੀ ਅਰਦਾਸ? ਪਰ ਸਵੇਰ ਤੋਂ ਇੱਥੇ ਪ੍ਰੈਕਟੀਕਲ ਕਰਕੇ ਵੇਖ ਲਿਓ, ਕਦੀ ਕੋਈ ਆਏਗਾ ਨੌਕਰੀ ਦੀ ਅਰਦਾਸ ਕਰ ਦਿਓ ਜੀ। ਕਾਰੋਬਾਰ ਨਹੀਂ ਚੱਲਦਾ, ਕਾਰੋਬਾਰ ਦੀ ਅਰਦਾਸ ਕਰ ਦਿਓ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿੰਨੇ ਪ੍ਰਾਣੀ ਨੇ ਮਾਇਆ ਵਾਸਤੇ ਡੱਕੇ ਡੋਲੇ ਖਾਂਦੇ ਆ, ਦਿਨ ਰਾਤ ਉਹਦਾ ਹੀ ਚਿੰਤਨ ਕਰਦੇ ਆ। ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ। ਫਿਰ ਡੋਲਦਾ ਵੀ ਆ ਬੰਦਾ। ਜੇ ਤੇ ਤਨਖਾਹ ਘੱਟ ਹੋ ਗਈ ਤੇ ਫਿਰ ਡੋਲਣ ਲੱਗ ਪੈਂਦਾ ਵੀ ਹੁਣ ਕੀ ਬਣੇਗਾ। ਖਰਚਾ ਵੱਧ ਹੋ ਗਿਆ, ਫਿਰ ਅਗਲੀ ਸੋਚਦਾ ਹੁਣ ਕੀ ਬਣੇਗਾ। ਜਿਹੜੇ ਦੂਜੇ ਕੰਮ ਕਰਦੇ ਪੈਸੇ ਨਾ ਬਣੇ, ਹੁਣ ਕੀ ਬਣੇਗਾ। ਮਹਾਰਾਜ ਕਹਿੰਦੇ ਬੰਦਾ ਦਿਨ ਰਾਤ ਮਾਇਆ ਵਾਸਤੇ ਡੋਲਦਾ ਹੀ ਰਹਿੰਦਾ ਹੈ। ਕੋਟਨ ਮੈਂ ਨਾਨਕ ਕੋ। ਮਹਾਰਾਜ ਕਹਿੰਦੇ ਕਰੋੜਾਂ ਵਿੱਚੋਂ ਕੋਈ ਕੋਈ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਕਰੋੜਾਂ ਵਿੱਚੋਂ ਕੋਈ ਕੋਈ ਐਸਾ ਹੈ ਨਾਰਾਇਣ ਜਿਹ ਚੀਤ। ਜਿਹਦੇ ਚੇਤੇ ਵਿੱਚ ਨਾਰਾਇਣ ਹੋਵੇ, ਵਾਹਿਗੁਰੂ ਹੋਵੇ। ਮਾਇਆ ਤੇ ਸਭਨਾਂ ਦੇ ਚੇਤੇ ਵਿੱਚ ਹੁੰਦੀ ਹੈ, ਵਾਹਿਗੁਰੂ ਨਹੀਂ ਚੇਤੇ ਵਿੱਚ ਹੁੰਦਾ। ਸਾਧ ਸੰਗਤ ਜੀ, ਭਜਨ ਨਹੀਂ ਹੁੰਦਾ। ਵਿਹਲਾ ਬੈਠਾ ਮੈਂ ਭਜਨ ਹੀ ਕਰ ਲਵਾਂ, ਕੋਈ ਮੈਂ ਬਾਣੀ ਪੜ੍ਹ ਲਵਾਂ, ਵਿਰਲੇ ਆ। ਕਰੋੜਾਂ ਵਿੱਚੋਂ ਕੋਈ ਹੈ ਜਿਹਦੇ ਚੇਤੇ 'ਚ ਨਾਰਾਇਣ ਹੁੰਦਾ। ਨਾਰਾਇਣ ਸ਼ਬਦ ਪਤਾ ਕਿਵੇਂ ਬਣਿਆ? ਜਿੰਨੇ ਨਰ ਨੇ ਸਾਰਿਆਂ ਵਿੱਚ ਉਹ ਆਪ ਹੀ ਆਇਆ ਹੋਇਆ। ਨਾਰਾਇਣ, ਨਰਾਂ ਵਿੱਚ ਆਉਣ ਵਾਲਾ ਵਾਹਿਗੁਰੂ। ਮਹਾਰਾਜ ਕਹਿੰਦੇ ਕੋਈ ਵਿਰਲਾ ਹੈ ਜਿਹੜਾ ਧਿਆਨ ਨਾਰਾਇਣ ਨਾਲ ਜੁੜਿਆ ਹੋਇਆ। ਹਾਂਜੀ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ। ਮਹਾਰਾਜ ਇਸ ਸੰਸਾਰ ਵਿੱਚ ਬੜੇ ਮਨੁੱਖ ਪੈਦਾ ਹੁੰਦੇ ਆ, ਸੱਚੇ ਪਾਤਸ਼ਾਹ ਉਹ ਨਾਸ ਵੀ ਹੋ ਜਾਂਦੇ ਆ। ਤੁਸੀਂ ਵੇਖ ਲਓ ਆ ਪਿਛਲੇ ਸਮੇਂ ਦੌਰਾਨ ਕਿੰਨਿਆਂ ਦੀਆਂ ਮੌਤਾਂ ਹੋਈਆਂ ਨੇ। ਹੁਣ ਵੀ ਕਿੰਨਾ ਡਰ ਫੈਲਿਆ ਬੰਦਿਆਂ ਮਨਾਂ ਵਿੱਚ। ਮਹਾਰਾਜ ਕਹਿੰਦੇ ਉਹ ਵੀ ਸੁਣ ਲਓ। ਜਿਸ ਤਰ੍ਹਾਂ ਪਾਣੀ ਵਿੱਚ ਬੁਲਬੁਲਾ ਪੈਦਾ ਹੁੰਦਾ, ਰੋਜ਼ ਕਈ ਬੁਲਬੁਲੇ ਪੈਦਾ ਹੁੰਦੇ ਆ, ਤੇ ਪੈਦਾ ਹੋ ਕੇ
ਕਦੀ ਵੇਖਿਆ ਕੋਈ ਬੁਲਬੁਲਾ 1 ਘੰਟਾ ਰਵੇ, 2 ਘੰਟੇ ਰਵੇ, ਜਾਂ ਸਾਰੀ ਦਿਹਾੜੀ ਕੋਈ ਬੁਲਬੁਲਾ ਰਵੇ? ਨਹੀਂ ਸਾਧ ਸੰਗਤ ਜੀ, ਬੁਲਬੁਲਾ ਬਣਦਾ ਥੋੜੇ ਸਮੇਂ ਬਾਅਦ ਉਸੇ ਵੇਲੇ ਖਤਮ ਹੋ ਜਾਂਦਾ, ਫਟ ਜਾਂਦਾ ਹੈ। ਹਾਂਜੀ। ਜਗ ਰਚਨਾ ਤੈਸੇ ਰਚੀ। ਜਗਤ ਦੀ ਰਚਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸੇ ਤਰ੍ਹਾਂ ਹੀ ਰਚੀ ਹੋਈ ਵਾਹਿਗੁਰੂ ਨੇ। ਕਿੰਨੇ ਜੀਵ ਨੇ, ਕੋਈ ਜੀਵ ਸਦਾ ਰਹਿੰਦਾ ਨਹੀਂ ਸਾਧ ਸੰਗਤ ਜੀ, ਕੋਈ 50 ਸਾਲ, ਕੋਈ 60 ਸਾਲ, ਕੋਈ 100 ਸਾਲ, ਇੰਨਾ ਸਮਾਂ ਰਹਿ ਕੇ ਚਲੇ ਜਾਂਦਾ। ਹਾਂਜੀ। ਕਹੋ ਨਾਨਕ ਸੁਨ ਮੀਤ। ਮਹਾਰਾਜ ਕਹਿਣ ਲੱਗੇ ਜਿੰਨੇ ਜੀਵ ਨੇ ਇਹ ਪਾਣੀ ਦੇ ਬੁਲਬੁਲੇ ਨੇ। ਹੇ ਮਨੁੱਖ, ਇਸ ਗੱਲ ਨੂੰ ਪੱਕਾ ਸਮਝ ਲੈ, ਤੂੰ ਵੀ ਪਾਣੀ ਦਾ ਬੁਲਬੁਲਾ ਹੀ ਹੈ। ਮਹਾਰਾਜ ਕਹਿੰਦੇ ਜਿੰਨਾ ਭਜਨ ਹੁੰਦਾ ਹੈ, ਜਿੰਨੀ ਬਾਣੀ ਪੜ੍ਹ ਹੁੰਦੀ ਹੈ, ਜਿੰਨਾ ਵਾਹਿਗੁਰੂ ਦਾ ਨਾਮ ਸੁਣਿਆ ਜਾਂਦਾ ਹੈ, ਮਹਾਰਾਜ ਕਹਿੰਦੇ ਸੁਣ ਲੈ, ਬਾਅਦ ਵਿੱਚ ਮੌਕਾ ਨਹੀਂ ਹੋ ਮਿਲਦਾ। ਹਾਂਜੀ। ਪ੍ਰਾਨੀ ਕਛੂ ਨਾ ਚੇਤਈ। ਪਰ ਬੰਦਾ, ਮਹਾਰਾਜ ਕਹਿੰਦੇ ਕਿੱਥੋਂ ਚੇਤੇ ਕਰਦਾ? ਬੰਦਾ ਕਦੀ ਵੀ ਵਾਹਿਗੁਰੂ ਨੂੰ, ਮਨਮੁਖ ਬੰਦਾ ਜਿਹੜਾ ਹੈ, ਉਹ ਕੁਝ ਵੀ ਵਾਹਿਗੁਰੂ ਦੇ ਗੁਣ ਚੇਤੇ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਉਹਦਾ ਦੱਸਿਆ ਕਾਰਨ। ਹਾਂਜੀ। ਮਦ ਮਾਇਆ ਕੈ ਅੰਧ। ਮਹਾਰਾਜ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਰਹਿੰਦਾ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਉਹ ਮਾਇਆ ਦਾ ਨਸ਼ਾ ਇੰਨਾ ਅੰਨ੍ਹਿਆ ਕਰ ਦਿੰਦਾ ਹੈ ਬੰਦੇ ਨੂੰ, ਇੰਨਾ ਅੰਨ੍ਹਿਆ ਕਰ ਦਿੰਦਾ ਹੈ। ਕਿੱਥੋਂ ਬੰਦਾ ਗੁਰਦੁਆਰੇ ਲਈ ਸਮਾਂ ਕੱਢਦਾ, ਕਿੱਥੋਂ ਬੰਦਾ ਭਜਨ ਵਾਸਤੇ ਸਮਾਂ ਕੱਢਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪ੍ਰਾਣੀ ਜਿਹੜਾ ਹੈ ਨਾ, ਵਾਹਿਗੁਰੂ ਨੇ ਪ੍ਰਾਣ ਦਿੱਤੇ ਆ, ਪਰ ਐਸਾ ਮਾਇਆ ਦਾ ਨਸ਼ਾ ਲੱਗਾ, ਐਸਾ ਨਸ਼ਾ ਲੱਗਾ, ਫਿਰ ਅੰਨਾ ਹੀ ਹੋਇਆ ਪਿਆ। ਮੈਂ ਉਦੋਂ ਵੀ ਬੇਨਤੀ ਕੀਤੀ ਸੀ, ਤੁਸੀਂ ਕਹੋਗੇ ਵੀ ਤੂੰ ਨਹੀਂ ਪੈਸੇ ਕਮਾਉਂਦਾ, ਤੇਰੇ ਅੱਗੇ ਵੀ ਤੇ ਅਸੀਂ ਰੱਖਦੇ ਹੀ ਹਾਂ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਕਿਰਪਾ ਕੀਤੀ। ਜਿਹੜਾ ਬਚਨ ਕਰਦਾ ਨਾ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਔਰਤ ਈਮਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਇਹ ਬਚਨ ਕਰਕੇ ਬੜੀ ਕਿਰਪਾ ਕੀਤੀ। ਸਿੱਖ ਨੇ ਮਾਇਆ ਜੋੜਨੀ ਪਰ ਗੁਜ਼ਾਰੇ ਜਿੰਨੀ ਜੀ। ਜੋੜਨੀ ਦਾ ਭਾਵ ਰੱਖਣੀ ਹੈ, ਗੁਜ਼ਾਰੇ ਜਿੰਨੀ ਰੱਖਣੀ ਹੈ। ਤ੍ਰਿਸ਼ਨਾ ਵਿਰਲੇ ਕੀ ਹੀ ਬੁੱਝੀ ਹੈ। ਮਹਾਰਾਜ ਕਹਿੰਦੇ ਜਿਹੜੀ ਤ੍ਰਿਸ਼ਨਾ ਉਹ ਤੇ ਕਿਸੇ ਵਿਰਲੇ ਦੀ ਬੁੱਝੀ ਹੈ। ਇੱਥੇ ਲੱਖਾਂ ਵੀ ਜੋੜੇ ਆ, ਕਰੋੜਾਂ ਵੀ ਜੋੜੇ ਆ, ਪਰ ਮਹਾਰਾਜ ਕਹਿੰਦੇ ਤਾਂ ਵੀ ਰੱਜਦੇ ਨਹੀਂ। ਉਹ ਨਸ਼ਾ ਹੈ ਨਾ, ਨਸ਼ਾ। ਸੋ ਮਹਾਰਾਜ ਕਹਿੰਦੇ ਬੰਦਾ ਮਾਇਆ ਦੇ ਨਸ਼ੇ ਵਿੱਚ ਇੰਨਾ ਅੰਨਾ ਹੋਇਆ, ਕਦੇ ਵਾਹਿਗੁਰੂ ਦੇ ਗੁਣ ਚੇਤੇ ਨਹੀਂ ਕਰਦਾ। ਕਹੋ ਨਾਨਕ ਬਿਨ ਹਰ ਭਜਨ। ਤੇ ਫਿਰ ਜੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਹਾਂਜੀ, ਭਰਤ ਤਾਹੇ ਜਮ ਫੰਦ। ਮਹਾਰਾਜ ਕਹਿੰਦੇ ਫਿਰ ਅੱਗੇ ਜਾ ਕੇ ਜਮ ਫਾਈ ਲਾਉਂਦੇ ਆ। ਚੇਤਾ ਰੱਖਿਓ, ਕਈ ਬੰਦੇ ਆਤਮ ਹੱਤਿਆ ਕਰਦੇ ਆ ਸੰਸਾਰ ਦੇ ਦੁੱਖਾਂ ਤੋਂ ਬਚਣ ਵਾਸਤੇ। ਇੱਕ ਬੰਦਾ ਲਿਖਦਾ, ਵਿਦਵਾਨ, ਕਹਿੰਦਾ ਸੁਖੀ ਹੋਣ ਵਾਸਤੇ ਆਤਮ ਹੱਤਿਆ ਕੀਤੀ, ਵੀ ਮੈਂ ਬੜਾ ਦੁਖੀ ਹਾਂ ਤੇ ਮੈਂ ਆਤਮ ਹੱਤਿਆ ਕਰ ਲੈਣੀ। ਪਰ ਜੇ ਮਰ ਕੇ ਵੀ ਨਾ ਸੁੱਖ ਮਿਲਿਆ ਤਾਂ ਫਿਰ ਕਿੱਥੇ ਜਾਏਗਾ? ਕਹਿੰਦੇ ਗੱਜ ਕੇ ਆਖੋ। ਜੀਂਦਿਆਂ ਜੀ ਵਾਲੀ ਜਿਹੜੀ ਜ਼ਿੰਦਗੀ ਹੈ ਇਹ ਬੜੀ ਥੋੜੀ ਹੈ। ਇਹ ਤਾਂ ਮਨੁੱਖਾ ਜਨਮ ਚਾਂਸ ਮਿਲਿਆ, ਇਹ ਜ਼ਿੰਦਗੀ ਥੋੜੀ ਹੈ। ਸਾਧ ਸੰਗਤ ਜੀ, ਜਦੋਂ ਸਰੀਰ ਛੁੱਟ ਜਾਂਦਾ, ਇਹਦੇ ਤੋਂ ਬਾਅਦ ਜਿਹੜੀ ਜ਼ਿੰਦਗੀ ਜਿਉਣੀ ਪੈਂਦੀ ਉਹ ਬੜੀ ਜ਼ਿਆਦਾ। ਮਹਾਰਾਜ ਕਹਿੰਦੇ ਫਿਰ ਅੱਗੇ ਜਾ ਕੇ ਫਾਈਆਂ ਪੈਂਦੀਆਂ ਤੇ ਜਮਾਂ ਦੀਆਂ। ਗੁਰੂ ਤੇਗ ਬਹਾਦਰ ਜੀ ਦਾ ਸਫਲ ਤਜਰਬਾ ਹੈ। ਮਹਾਰਾਜ ਕਹਿੰਦੇ ਜਮਾਂ ਦੀ ਫਾਈ ਪੈਂਦੀ ਹੈ। ਜੇ ਮਾਇਆ ਦੇ ਨਸ਼ੇ ਵਿੱਚ ਚੇਤੇ ਹੀ ਨਹੀਂ ਨਾ ਕੀਤਾ ਵਾਹਿਗੁਰੂ ਨੂੰ, ਫਿਰ ਫਾਈ ਪੈਂਦੀ ਹੈ। ਕਈ ਬੰਦੇ ਹੁਣ ਵੇਖੋ, ਆਪਾਂ ਮਹਾਰਾਜ ਦਾ ਗੁਰਪੁਰਬ ਮਨਾ ਰਹੇ ਹਾਂ, ਮਨ 'ਚ ਵਿਚਾਰ ਕਰੋ ਵੀ ਪਿਛਲੇ ਸਾਲ ਵੀ ਗੁਰਪੁਰਬ ਮਨਾਇਆ ਸੀ, ਉਹਨਾਂ ਅੰਮ੍ਰਿਤ ਕੀ ਛਕਣਾ? ਉਹ ਤੇ ਸ਼ਰਾਬ ਛੱਡਣੀ ਨਹੀਂ ਬੰਦ ਕਰ ਸਕਦੇ। ਤੇ ਫਿਰ ਮਨੁੱਖਾ ਜਨਮ ਦਾ ਲਾਭ ਤੇ ਨਾ ਹੋਇਆ ਜੀ। ਇੰਨਾ ਕੀਮਤੀ ਜਨਮ ਹੈ, ਇਹਦਾ ਫਾਇਦਾ ਤੇ ਨਾ ਹੋਇਆ ਜੀ। ਮਹਾਰਾਜ ਕਹਿੰਦੇ ਬੰਦਿਆ, ਜਿੰਨਾ ਚਿਰ ਸਵਾਸ ਨੇ ਅਜੇ ਵੀ ਸਮਾਂ ਹੈ, ਵਾਹਿਗੁਰੂ ਦਾ ਭਜਨ ਕਰ ਲੈ। ਜੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ
ਫਿਰ ਜਮਾ ਦੀ ਫਾਈ ਪਵੇਗੀ। ਜੋ ਸੁਖ ਕਉ ਚਾਹੈ ਸਦਾ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਸੁਖ ਚਾਹੁੰਦਾ, ਮੈਂ ਅੱਗੇ ਬੇਨਤੀ ਕੀਤੀ ਮਰਨ ਤੋਂ ਬਾਅਦ ਵੀ ਦੁੱਖ ਹੈਗੇ ਜੇ ਤੂੰ ਸੁਖ ਚਾਹੁੰਦਾ ਤੇ ਸਦਾ ਦਾ ਸੁਖ ਚਾਹੁੰਦਾ। ਕਈ ਸੁੱਖ ਨੇ ਐਸੇ ਥੋੜੇ ਸਮੇਂ ਬਾਅਦ ਸਾਧ ਸੰਗਤ ਦੀ ਨਾਸ ਹੋ ਜਾਂਦੇ। ਪਦਾਰਥਾਂ ਦਾ ਸੁੱਖ ਹੈ, ਜਿੰਨਾ ਸਮਾਂ ਤੇ ਪ੍ਰਸ਼ਾਦਾ ਛਕਿਆ 5-7 ਘੰਟੇ ਤੱਕ ਸੁੱਖ ਹੈ, ਫਿਰ ਸੁੱਖ ਨਾਸ ਹੋ ਗਿਆ ਜੀ, ਫਿਰ ਛਕਣਾ ਪੈਂਦਾ। ਮਹਾਰਾਜ ਕਹਿੰਦੇ ਜੇ ਤੂੰ ਸਦਾ ਹੀ ਸੁੱਖ ਚਾਹੁੰਦਾ, ਸਦਾ ਸੁਖ ਚਾਹੁੰਦਾ ਹੈ, ਸਰਨ ਰਾਮ ਕੀ ਲੇਹ। ਫਿਰ ਭਾਈ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾ। ਆਖੋ ਵਾਹਿਗੁਰੂ ਵਾਹਿਗੁਰੂ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰਹਿ ਬਤਾਈ। ਮਹਾਰਾਜ ਕਹਿੰਦੇ ਜੋ ਸੁਖ ਕੋ ਚਾਹੈ ਸਦਾ, ਜੇ ਤੂੰ ਸਦਾ ਸੁਖ ਚਾਹੁੰਦਾ ਹੈ, ਸਰਨ ਰਾਮ ਕੀ ਲੇਹ, ਰਾਮ ਦੀ ਸ਼ਰਨ ਵਿੱਚ ਪੈ ਜਾ। ਕਹੋ ਨਾਨਕ ਸੁਨ ਰੇ ਮਨਾ। ਮਨ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਡਾ ਬਚਨ ਸੁਣ। ਦੁਰਲਭ ਮਾਨੁਖ ਦੇਹ। ਮਨੁੱਖਾ ਜਨਮ ਬੜਾ ਹੀ ਦੁਰਲਭ ਹੈ। ਕਹਿਣ ਲੱਗੇ ਸੰਗਤ ਜੀ, ਜਿਹਨੂੰ ਕਿਸੇ ਦੀ ਕੀਮਤ ਦਾ ਪਤਾ ਹੋਵੇ ਉਹ ਦੱਸਦਾ, ਦੂਜਾ ਕੀ ਦੱਸੇਗਾ। ਮਹਾਰਾਜ ਜੀ ਨੂੰ ਮਨੁੱਖਾ ਜਨਮ ਦੀ ਕੀਮਤ ਦਾ ਪਤਾ ਹੈ। ਹੁਣ ਮਨੁੱਖਾ ਜਨਮ ਮਿਲਿਆ। ਸਾਧ ਸੰਗਤ ਜੀ, ਜਦੋਂ ਮਨੁੱਖਾ ਜਨਮ ਨਾ ਹੋਇਆ, ਫਿਰ ਪ੍ਰੇਤ ਬਣ ਕੇ ਬੰਦਾ ਕਹੇ ਮੈਂ ਵਾਹਿਗੁਰੂ ਬੋਲ ਲਵਾਂ, ਪ੍ਰੇਤ ਬਣ ਕੇ ਭੂਤ ਬਣ ਕੇ ਵਾਹਿਗੁਰੂ ਨਹੀਂ ਜੇ ਮੁਖੋਂ ਨਿਕਲਦਾ ਜੀ। ਪ੍ਰੇਤ ਨਹੀਂ ਨਾਮ ਜਪ ਸਕਦੇ ਜੀ। ਚਲੋ ਪ੍ਰੇਤ ਦੀ ਤੇ ਛੱਡੋ, ਕਿਸੇ ਜਾਨਵਰ ਨੂੰ ਕਹੋ ਵੀ ਨਾਮ ਜਪ ਕੇ ਵਿਖਾ, ਨਹੀਂ ਜਪ ਸਕਦਾ। ਸਾਧ ਸੰਗਤ ਨਹੀਂ ਜਪ ਸਕਦਾ। ਸੋ ਮਹਾਰਾਜ ਗਰੀਬ ਨਵਾਜ ਕਹਿੰਦੇ ਮਨੁੱਖਾ ਜਨਮ ਜਿਹੜਾ ਹੈ ਨਾ, ਇਹ ਬਹੁਤ ਕੀਮਤੀ ਹੈ, ਬਹੁਤ ਕੀਮਤੀ ਹੈ। ਮਹਾਰਾਜ ਕਹਿੰਦੇ ਆ, ਫਿਰ ਪੰਕਤੀ ਪੜੋ। ਕਹੋ ਨਾਨਕ ਸੁਨ ਰੇ ਮਨਾ। ਮਨ ਕਰਕੇ ਸਾਡੀ ਗੱਲ ਨੂੰ ਸੁਣ। ਦੁਰਲਭ ਮਾਨੁਖ ਦੇਹ। ਮਨੁੱਖਾ ਦੇ ਬਹੁਤ ਦੁਰਲਭ ਹੈ। ਕਰੋੜਾਂ ਰੁਪਈਆ ਖਰਚ ਕੇ ਵੀ ਮਨੁੱਖਾ ਸਰੀਰ ਨਹੀਂ ਮਿਲਦਾ ਜੀ। ਕਰੋੜਾਂ ਰੁਪਈਆ ਖਰਚ ਕੇ ਵੀ। ਹਾਂਜੀ। ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ। ਮਹਾਰਾਜ ਕਹਿੰਦੇ ਜਿਹੜੇ ਮਾਇਆ ਵਾਸਤੇ ਭੱਜੇ ਹੀ ਫਿਰਦੇ ਆ, ਉਹ ਮੂਰਖ ਨੇ, ਅਜਾਨ ਨੇ, ਬੇਸਮਝ ਨੇ। ਪਰ ਤੁਸੀਂ ਭਾਗਾ ਵਾਲੇ ਹੋ ਜਿਹੜੇ ਇਹੋ ਜਿਹੇ ਸਮੇਂ ਵਿੱਚ ਵੀ ਭੱਜੇ ਹੀ ਮਹਾਰਾਜ ਦੀ ਹਾਜ਼ਰੀ ਵਿੱਚ ਆਉਂਦੇ ਹੋ, ਗੁਰੂ ਜੀ ਦੇ ਗੁਣ ਸੁਣਨੇ ਨੇ ਜੀ, ਕਥਾ ਸੁਣਨੀ ਹੈ, ਕੀਰਤਨ ਸੁਣਨਾ ਹੈ, ਬਾਣੀ ਦਾ ਪਾਠ ਸੁਣਨਾ ਹੈ, ਗੁਰੂ ਜੀ ਦੇ ਦਰਸ਼ਨ ਕਰਨੇ ਆ। ਭਾਗਾਂ ਵਾਲੇ ਹੋ, ਗੁਰੂ ਜੀ ਦੀ ਮਿਹਰ ਹੈ ਤੁਹਾਡੇ ਸਾਰਿਆਂ ਤੇ। ਮਹਾਰਾਜ ਕਹਿੰਦੇ ਜਿਹੜੇ ਮਾਇਆ ਕਰਕੇ ਭੱਜੇ ਫਿਰਦੇ ਨਾ ਦਿਨ ਰਾਤ, ਮੂਰਖ ਨੇ, ਅਜਾਨ ਨੇ। ਕਹਿ ਦੋ ਭਾਈ ਗੁਰੂ ਘਰ ਆਇਆ ਕਰ, ਇੰਨੇ ਤੋਂ ਇੰਨੇ ਨਿਤਨੇਮ ਹੁੰਦਾ, ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰ। ਕਹਿੰਦਾ ਗਿਆਨੀ ਜੀ ਸਮਾਂ ਹੀ ਨਹੀਂ ਲੱਗਦਾ। ਕਿਉਂ? ਇੰਨੇ ਤੋਂ ਇੰਨੇ ਆਹ ਕੰਮ ਕਰਨਾ, ਇੰਨੇ ਤੋਂ ਇੰਨੇ ਫਿਰ ਪਾਰਟ ਟਾਈਮ ਲਾਉਣਾ, ਇੰਨੇ ਤੋਂ ਇੰਨੇ ਇਹ ਕਰਨਾ। ਉਹ ਮਾਇਆ ਕਰਕੇ ਇਹੋ ਜਿਹੀ ਦੌੜ ਪਈ ਹੈ, ਕਿੱਥੋਂ ਹੁੰਦਾ। ਮਹਾਰਾਜ ਕਹਿੰਦੇ ਮੂਰਖ ਹੈ, ਮੂਰਖ, ਬੇਸਮਝ ਹੈ। ਕਹੋ ਨਾਨਕ ਬਿਨ ਹਰ ਭਜਨ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਆਖੋ ਵਾਹਿਗੁਰੂ ਵਾਹਿਗੁਰੂ। ਗੱਜ ਕੇ ਕਹਿ ਦਿਓ ਵਾਹਿਗੁਰੂ। ਜੇ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਵਾਹਿਗੁਰੂ ਦੇ ਭਜਨ ਤੋਂ ਬਗੈਰ, ਸਿਮਰਨ ਤੋਂ ਬਗੈਰ, ਬਿਰਥਾ ਜਨਮ ਸਿਰਾਨ। ਸਾਰੇ ਦਾ ਸਾਰਾ ਜਨਮ ਹੀ ਬਿਰਥਾ। ਮਹਾਰਾਜ ਕਹਿਣ ਲੱਗੇ ਕੋਈ ਲਾਭ ਨਹੀਂ। ਜੋ ਪ੍ਰਾਨੀ ਨਿਸ ਦਿਨ ਭਜੈ। ਆ ਬਚਨ ਬੜੀ ਬਰਕਤ ਵਾਲਾ। ਜਿਹੜਾ ਦਿਨੇ ਵੀ ਬਾਣੀ ਪੜ੍ਹਦਾ ਰਵੇ, ਰਾਤ ਵੀ ਬਾਣੀ ਪੜ੍ਹੇ, ਸੌਣ ਲੱਗਿਆਂ ਤੇ ਚੇਤਾ ਰੱਖੋ ਐਸੇ ਗੁਰਮੁਖ ਵੀ ਹਨ ਸਾਧ ਸੰਗਤ ਜੀ, ਸੁੱਤਿਆਂ ਸੁੱਤਿਆਂ ਸੁਖਮਨੀ ਸਾਹਿਬ ਦੇ 5-5 ਪਾਠ ਕਰ ਜਾਂਦੇ ਆ ਜੀ। ਅਭਿਆਸ ਹੈ ਨਾ।
ਇੱਕ ਸਿੰਘ ਮੈਨੂੰ ਕਹਿਣ ਲੱਗਾ, ਉਹਨੇ ਨਾ ਸ਼ਬਦ ਸੁਣਿਆ ਸੀ, ਸੁੱਤਿਆਂ ਗੁਰ ਸਾਲਾ ਹੀ ਆ, ਉੱਠਦਿਆਂ ਵੀ ਗੁਰ ਅਲਾਓ। ਉਹ ਐਸਾ ਸ਼ਬਦ ਸੁਣਿਆ ਉਸ ਦਿਨ, ਜਦੋਂ ਸ਼ਬਦ ਸੁਣ ਕੇ ਰਾਤ ਸੁੱਤੇ ਨਾ, ਸਾਰੀ ਰਾਤ ਚੌਪਈ ਸਾਹਿਬ ਦੇ ਪਾਠ ਚੱਲਦੇ ਰਹੇ, ਸੁੱਤੇ ਪਏ ਦੇ ਹੀ ਚੱਲਦੇ ਰਹੇ, ਸਾਰੀ ਰਾਤ ਮੂਲ ਮੰਤਰ ਕਈਆਂ ਦੇ ਚੱਲਦਾ। ਕਈ ਪੰਜ ਗ੍ਰੰਥੀ ਦਾ ਨਿਤਨੇਮ ਜਿਹੜਾ ਹੈ ਨਾ, ਉਹ ਸੁੱਤਿਆਂ ਪਿਆਂ ਹੀ ਕਰ ਜਾਂਦੇ ਸਾਧ ਸੰਗਤ। ਐਵੇਂ ਨਹੀਂ ਮਹਾਰਾਜ ਬਚਨ ਲਿਖਦੇ। ਮਹਾਰਾਜ ਕਹਿੰਦੇ ਦਿਨੇ ਵੀ ਜਪਦਾ ਹੋਵੇ, ਰਾਤ ਨੂੰ ਵੀ ਜਪਦਾ ਹੋਵੇ। ਹੁਣ ਰਾਤ ਤਾਂ ਸੌਣ ਵਾਸਤੇ ਹੈ, ਪਰ ਸਾਧ ਸੰਗਤ ਜੀ ਜਿਹੜੇ ਅਭਿਆਸੀ ਪੁਰਸ਼ ਹੈ ਨਾ, ਫਿਰ ਉਹਨਾਂ ਦੇ ਅੰਦਰ ਰਾਤ ਵੀ ਚੱਲਦਾ ਜੀ। ਕਈਆਂ ਦੇ ਮਨ 'ਚ ਤੀਰਥਾਂ ਦਾ ਉਦਮ ਹੁੰਦਾ ਹੈ, ਯਾਤਰਾ ਦਾ ਉਦਮ ਹੁੰਦਾ, ਉਹ ਰਾਤ ਸੁੱਤਿਆਂ ਪਿਆਂ ਵੀ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਆਉਂਦੇ ਆ ਜੀ। ਕਈ ਰਾਤ ਸੁੱਤਿਆਂ ਪਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਦੇ ਹੁੰਦੇ। ਤੇ ਵਾਹਿਗੁਰੂ ਮਿਹਰ ਕਰੇ, ਵਕਾਰੀ ਪੁਰਸ਼ ਰਾਤ ਸੁੱਤਿਆਂ ਪਿਆਂ ਵੀ ਸਾਧ ਸੰਗਤ ਸੁਪਨੇ ਵਿੱਚ ਵੀ ਵਕਾਰ ਹੀ ਚੱਲਦੇ ਰਹਿੰਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਸੁੱਤਿਆਂ ਪਿਆਂ ਵੀ ਪੁੱਠੇ ਕੰਮ ਹੀ ਚੱਲਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਦਿਨ ਤਾਂ ਸਫਲਾ ਕਰਦੇ ਹੀ ਹੈ, ਰਾਤ ਵੀ ਕਹਿੰਦੇ ਜਪ ਕਰਦੇ ਆ, ਭਜਨ ਕਰਦੇ ਆ, ਸੁੱਤਿਆਂ ਪਿਆਂ ਵੀ ਜਪੀ ਜਾਂਦੇ ਆ। ਰੂਪ ਰਾਮ ਤਿਹ ਜਾਨ। ਮਹਾਰਾਜ ਕਹਿੰਦੇ ਐਸੇ ਪੁਰਸ਼ਾਂ ਨੂੰ ਰੱਬ ਦਾ ਰੂਪ ਹੀ ਸਮਝਿਓ। ਕਹਿਣ ਲੱਗੇ ਉਹਨਾਂ ਨੂੰ ਆਮ ਪੁਰਸ਼ ਨਾ ਸਮਝਿਓ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਮਝਿਓ ਉਹ ਰਾਮ ਦਾ ਹੀ ਰੂਪ ਨੇ, ਉਹ ਵਾਹਿਗੁਰੂ ਦਾ ਰੂਪ ਹਨ। ਬਾਬਾ ਕਬੀਰ ਸਾਹਿਬ ਕਹਿੰਦੇ ਆ, ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ। ਕਈ ਸੁੱਤੇ ਪਏ ਸਾਧ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਜਪ ਰਹੇ ਹੁੰਦੇ, ਉਹਨਾਂ ਨੂੰ ਸਵੇਰੇ ਕਹੋ ਨਾ ਤੂੰ ਰਾਤੀ ਨਾਮ ਜਪਦਾ ਸਾਂ ਸੁੱਤਿਆ ਪਿਆ, ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ। ਸੁਪਨੇ 'ਚ ਬਰੜਾ ਕੇ ਕਈ ਗੱਲਾਂ ਕਰਦੇ ਜੇ ਮੈਂ ਸੁਣੇ ਆ ਜੀ। ਸੁਪਨੇ 'ਚ ਦ੍ਰਿਸ਼ ਚੱਲਦਾ ਹੁੰਦਾ, ਉਹ ਗੱਲਾਂ ਕਰਦੇ ਹੁੰਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਸਾਡਾ ਇੱਕ ਸਿੰਘ ਰਾਤ ਸੁੱਤਾ ਲਾਗੇ, ਉਹ ਇੱਕਦਮ ਹੀ ਕਹਿ ਲਿਆ ਫੜ ਲਓ, ਕਹਿੰਦਾ ਜਾਣ ਨਹੀਂ ਦੇਣਾ। ਉਹ ਲਾਗੇ ਅਸੀਂ ਦੋ ਪਏ ਸਾਂ, ਸੀ ਕਿਹਾ ਵੀ ਕੀ ਗੱਲ ਹੋ ਗਈ, ਕਹਿੰਦਾ ਫੜ ਲਓ ਜਾਣ ਨਹੀਂ ਦੇਣਾ। ਮਹਾਰਾਜ ਕਹਿੰਦੇ ਸੁਪਨੇ 'ਚ ਬੰਦਾ ਬਰੜਾਉਂਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ ਸੁਪਨੇ ਹੂੰ ਬਰੜਾਏ ਕਹਿ, ਜਿਹ ਮੁਖ ਨਿਕਸੈ ਰਾਮ। ਕਈ ਫਿਰ ਸੁੱਤੇ ਪਿਆਂ ਵੀ ਬਰੜਾਉਂਦੇ ਆ, ਰਾਮ ਰਾਮ ਵਾਹਿਗੁਰੂ ਵਾਹਿਗੁਰੂ। ਕਹਿੰਦੇ ਤਾਂ ਕਿ ਪੱਗ ਕੀ ਪਾ ਨਹੀਂ, ਮੇਰੇ ਤਨ ਕੋ ਚਾਮ। ਕਹਿੰਦੇ ਮੇਰੇ ਸਰੀਰ ਦੇ ਚਮੜੇ ਦੀ ਨਾ ਜੁੱਤੀ ਬਣਾ ਕੇ, ਜੋੜਾ ਬਣਾ ਕੇ ਉਹਦੇ ਚਰਨਾਂ 'ਚ ਪਵਾ ਦਿਓ, ਕਿਉਂ ਉਹ ਰੱਬ ਦਾ ਰੂਪ ਹੈਗਾ। ਕਹਿਣ ਲੱਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ। ਮਹਾਰਾਜ ਕਹਿੰਦੇ ਜੋ ਪ੍ਰਾਨੀ ਨਿਸ ਦਿਨ ਭਜੈ, ਦਿਨੇ ਤੇ ਜਪਦਾ ਹੀ ਆ, ਰਾਤ ਨੂੰ ਵੀ ਜਪਦਾ ਹੋਵੇ ਜੀ। ਹੁਣ ਦਿਨੇ ਜਪਣ ਵਾਲੇ ਨਹੀਂ ਲੱਭਦੇ ਤੇ ਰਾਤ ਕਿੰਨੇ ਜਪਣਾ ਹੈ ਜੀ। ਦਿਨੇ ਵੀ ਜਪੇ ਰਾਤ ਵੀ ਜਪੇ। ਮਹਾਰਾਜ ਕਹਿੰਦੇ ਰੂਪ ਰਾਮ ਤਿਹ ਜਾਨ। ਸਮਝ ਲਵੋ ਉਹ ਮਨੁੱਖ ਨਹੀਂ, ਉਹ ਰਾਮ ਦਾ ਰੂਪ ਹੈ, ਉਹ ਵਾਹਿਗੁਰੂ ਦਾ ਰੂਪ ਹੈ। ਹਰ ਜਨ ਹਰ ਅੰਤਰ ਨਹੀਂ। ਮਹਾਰਾਜ ਕਹਿੰਦੇ ਫਿਰ ਸ਼ੱਕ ਨਾ ਕਰਿਓ, ਮਨੁੱਖ ਵਿੱਚ ਵਾਹਿਗੁਰੂ ਵਿੱਚ ਤੇ ਵਾਹਿਗੁਰੂ ਦੇ ਨਾਮ ਜਪਣ ਵਾਲੇ ਵਿੱਚ ਫਿਰ ਫਰਕ ਨਹੀਂ ਜੇ ਹੁੰਦਾ। ਉਹ ਬੰਦੇ ਵਾਹਿਗੁਰੂ ਦਾ ਰੂਪ ਬਣ ਜਾਂਦੇ। ਬਾਬਾ ਬੁੱਢਾ ਸਾਹਿਬ ਜੈਸੇ ਗੁਰਸਿੱਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣ ਗਏ ਜੀ। ਹਾਂਜੀ ਨਾਨਕ ਸਾਚੀ ਮਾਨ। ਮਹਾਰਾਜ ਗਰੀਬ ਨਵਾਜ ਕਹਿੰਦੇ ਭਾਈ ਇਹ ਜਿਹੜੀ ਗੱਲ ਹੈ ਇਹਨੂੰ ਸੱਚ ਕਰਕੇ ਆਪਣੇ ਮਨ 'ਚ ਪੱਕਾ ਮੰਨ ਲੈ। ਜੇ ਕੋਈ ਤੈਨੂੰ ਐਸਾ ਰੱਬ ਦਾ ਪਿਆਰਾ ਮਿਲੇ ਜਿਹੜਾ ਸੁੱਤਿਆਂ ਪਿਆਂ ਵੀ ਨਾਮ ਜਪੇ, ਜਿਹੜਾ ਸੁੱਤਿਆਂ ਪਿਆਂ ਵੀ ਭਜਨ ਕਰੇ, ਮਹਾਰਾਜ ਕਹਿੰਦੇ ਉਹਨੂੰ ਆਮ ਪੁਰਸ਼ ਨਾ ਜਾਣੀ, ਉਹਨੂੰ ਰੱਬ ਦਾ ਰੂਪ ਹੀ ਸਮਝੀ ਦੀ। ਮੈਨੂੰ ਇੱਕ ਗੁਰਮੁਖ ਪਿਆਰੇ ਦੱਸਣ ਲੱਗੇ, ਕਹਿੰਦੇ ਮੈਂ ਜਿਨ੍ਹਾਂ ਦੇ ਕੋਲ ਰਿਹਾ ਨਾ, ਗੁਰਮੁਖ ਪਿਆਰੇ ਆਪਣੇ ਬਾਰੇ ਦੱਸ ਰਹੇ ਸੀ। ਕਹਿੰਦੇ ਗਿਆਨੀ ਜੀ ਜਿਨ੍ਹਾਂ ਕੋਲ ਅਸੀਂ ਰਹੇ ਹਾਂ, ਸੁੱਤਿਆਂ ਪਿਆਂ ਵੀ ਹੱਥ ਜੋੜ ਕੇ ਰੱਖਦੇ ਸੀਗੇ ਉਹ ਜੀ। ਸੁੱਤਿਆਂ ਪਿਆਂ ਵੀ ਹੱਥ ਜੋੜ ਕੇ, ਜੇ ਉਹਨਾਂ ਪਾਸਾ ਲੈਣਾ ਨਾ, ਪਾਸਾ ਲਏ ਹੋਇਆਂ ਨੇ ਵੀ ਸੁੱਤਿਆਂ ਨੇ ਵੀ ਹੱਥ ਜੋੜ ਕੇ ਰੱਖਣੇ। ਕਹਿਣ ਲੱਗੇ ਤੇ ਇੱਥੇ ਜਾਗਦਾ ਹੋਇਆ ਵੀ ਬੰਦਾ ਹੱਥ ਨਹੀਂ ਤੇ ਜੋੜਦਾ।
ਇੱਕ ਵਾਰੀ ਆਪਾਂ ਸਾਰੇ ਜੋੜ ਲਈਏ। ਆਪਾਂ ਤੇ ਗੁਰੂ ਜੀ ਦੇ ਚਰਨਾਂ 'ਚ ਬੈਠੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਸੁੱਤਿਆਂ ਪਿਆਂ ਵੀ ਉਹਨਾਂ ਦੇ ਹੱਥ ਨਹੀਂ ਸੀ ਖੋਲਦੇ ਹੁੰਦੇ, ਮੈਂ ਲਾਗੇ ਪਹਿਰੇ ਤੇ ਹੁੰਦਾ ਸਾਂ। ਕਹਿਣ ਲੱਗੇ ਮਹਾਰਾਜ ਕਹਿੰਦੇ ਐਸੇ ਪੁਰਸ਼ਾਂ ਨੂੰ ਰੱਬ ਦਾ ਰੂਪ ਸਮਝ ਹੀ ਕਹਿਣ ਲੱਗੇ। ਹਾਂਜੀ। ਪ੍ਰਾਨੀ ਰਾਮ ਨਾ ਚੇਤਈ, ਹਾਂਜੀ। ਮਦ ਮਾਇਆ ਕੈ ਅੰਧ। ਇਹ ਹੋ ਗਿਆ। ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਹੈ ਜਮ ਫੰਧ। ਆਪ ਮਨ ਮਾਇਆ ਮੈਂ ਫਦ ਰਹਿਓ। ਸਾਨੂੰ ਨਾਮ ਕਿਉਂ ਭੁੱਲਦਾ? ਗੁਰਮੁਖਾਂ ਨੂੰ ਤੇ ਸੁੱਤਿਆਂ ਪਿਆਂ ਵੀ ਨਾਮ ਚੇਤੇ ਰਹਿੰਦਾ ਹੈ ਨਾ। ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਪੁੱਛਿਆ, ਮਹਾਰਾਜ ਸਾਨੂੰ ਕਿਉਂ ਨਾਮ ਭੁੱਲਦਾ? ਸਾਨੂੰ ਨਹੀਂ ਚੇਤੇ ਆਉਂਦਾ। ਮਹਾਰਾਜ ਕਹਿੰਦੇ ਉਹਦਾ ਕਾਰਨ ਇਹ ਹੈ, ਮਨ ਨਾ ਮਾਇਆ ਦੇ ਚਿੰਤਨ ਵਿੱਚ ਲੱਗਾ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਕੀਰਤਨ ਸੁਣਦਿਆਂ ਰਸ ਨਹੀਂ ਆ ਰਿਹਾ, ਕਥਾ ਸੁਣਦਿਆਂ ਰਸ ਨਹੀਂ ਆ ਰਿਹਾ। ਕਾਰਨ ਕੀ ਹੈ? ਮਹਾਰਾਜ ਸ਼ਬਦ ਲਿਖਦੇ ਆ, ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ। ਬੰਦੇ ਦੇ ਮਨ 'ਚ ਵਾਹਿਗੁਰੂ ਦਾ ਜਸ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ? ਕਿਉਂਕਿ ਸਾਰੀ ਦਿਹਾੜੀ ਮਹਾਰਾਜ ਕਹਿੰਦੇ ਮਾਇਆ ਦਾ ਚਿੰਤਨ ਚੱਲਿਆ, ਸਾਰੀ ਦਿਹਾੜੀ ਸੰਸਾਰ ਦਾ ਚਿੰਤਨ ਚੱਲਿਆ। ਤੇ ਕੀਰਤਨ ਸੁਣਨ ਲੱਗਿਆ ਆਖੇ ਮੇਰੀ ਸਮਾਧੀ ਲੱਗ ਜੇ, ਫਿਰ ਕਿੱਥੋਂ ਲੱਗ ਜੇਗੀ? ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਸਾਡਾ ਧਿਆਨ ਕੀਰਤਨ 'ਚ ਲੱਗੇ, ਸਾਡਾ ਧਿਆਨ ਕਥਾ 'ਚ ਲੱਗੇ, ਫਿਰ ਮਾਇਆ ਦਾ ਚਿੰਤਨ ਘਟਾਓ। ਮਾਇਆ ਦਾ ਚਿੰਤਨ ਕੀ ਹੈ? ਵਿਅਰਥ ਦੇ ਕੰਮ ਘਟਾਓ। ਜਦੋਂ ਟਾਈਮ ਮਿਲੇ ਉਦੋਂ ਵਾਹਿਗੁਰੂ ਵਾਹਿਗੁਰੂ ਜਪੋ। ਫਿਰ ਕੀਰਤਨ ਸੁਣ ਕੇ ਵੇਖਿਓ, ਕੀਰਤਨ 'ਚ ਰਸ ਆਏਗਾ ਜੀ। ਇਹ ਗੁਰੂ ਤੇਗ ਬਹਾਦਰ ਜੀ ਦੀ ਹੀ ਬਾਣੀ ਹੈ, ਪ੍ਰਾਣੀ ਕਉ ਹਰ ਜਸ ਮਨ ਨਹੀਂ ਆਵੇ। ਮਹਾਰਾਜ ਸਾਨੂੰ ਕਿਉਂ ਨਹੀਂ ਕੀਰਤਨ 'ਚ ਰਸ ਆਉਂਦਾ? ਮਹਾਰਾਜ ਸਾਨੂੰ ਕਿਉਂ ਨਾਮ ਭੁੱਲਿਆ ਰਹਿੰਦਾ? ਮਹਾਰਾਜ ਕਹਿੰਦੇ ਮਨ ਮਾਇਆ ਮੈਂ ਫਦ ਰਹਿਓ। ਕਿਉਂ? ਮਨ ਮਾਇਆ 'ਚ ਫਸਿਆ ਹੋਇਆ। ਹਾਂਜੀ। ਬਿਸਰਿਓ ਗੋਬਿੰਦ ਨਾਮ। ਇਸ ਕਰਕੇ ਮਹਾਰਾਜ ਕਹਿੰਦੇ ਗੋਬਿੰਦ ਦਾ ਨਾਮ ਜਿਹੜਾ ਨਾ ਉਹ ਵਿਸਰਿਆ ਹੋਇਆ, ਭੁੱਲਿਆ ਹੋਇਆ। ਹਾਂਜੀ। ਕਹੋ ਨਾਨਕ ਬਿਨ ਹਰ ਭਜਨ। ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ, ਭਜਨ ਤੋਂ ਬਗੈਰ ਜੀਵਨ ਕੌਨੇ ਕਾਮ। ਮਹਾਰਾਜ ਗਰੀਬ ਨਵਾਜ ਕਹਿੰਦੇ ਜੀਵਨ ਕਿਸ ਕੰਮ ਹੈਗਾ? ਕਹਿਣ ਲੱਗੇ ਐਸਾ ਜੀਵਨ ਕਿਸੇ ਕੰਮ ਨਹੀਂ ਹੈ ਸਾਧ ਸੰਗਤ ਜੀ, ਜਿਸ ਜੀਵਨ ਵਿੱਚ ਵਾਹਿਗੁਰੂ ਦੀ ਯਾਦ ਨਹੀਂ ਹੈ। ਸੋ ਜੇ ਚਾਹੁੰਦਾ ਹੈ ਬੰਦਾ ਵੀ ਮੇਰਾ ਧਿਆਨ ਨਾਮ 'ਚ ਲੱਗੇ, ਮੈਨੂੰ ਨਾਮ ਵਿੱਚ ਨਾਮ ਜਪਣ ਲੱਗਿਆ ਆਨੰਦ ਆਵੇ, ਤੇ ਫਿਰ ਸਾਧ ਸੰਗਤ ਜੀ ਪਹਿਲਾਂ ਯਤਨ ਕਰੇ ਆਪਣੀ ਦਿਨ ਚਰਿਆ ਸੁਧਾਰੇ। ਬੰਦਾ ਜੀ ਦਿਨ ਚਰਿਆ ਸੁਧਾਰੇ ਆਪਣੀ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੇ ਤੇ ਕਿਰਪਾ ਕਰਨ, ਬਖਸ਼ਿਸ਼ ਕਰਨ। 10 ਸ਼ਲੋਕਾਂ ਦੇ ਅਖਰੀ ਅਰਥ ਜਿਹੜੇ ਆ ਉਹ ਆਪ ਜੀ ਨੇ ਸਰਵਣ ਕੀਤੇ ਆ। ਸੰਗਤ ਜੀ ਵਿਸਥਾਰ ਤੇ ਬਹੁਤ ਹੈ ਸ਼ਲੋਕਾਂ ਦਾ, ਪਰ ਮੈਂ ਆਪ ਥੋੜ੍ਹਾ ਛੇਤੀ ਅਖਰੀ ਅਰਥ ਕਰ ਰਿਹਾ ਵੀ ਗੁਰਪੁਰਬ ਤੱਕ ਸ਼ਲੋਕਾਂ ਦੀ ਕਥਾ ਸੰਪੂਰਨ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਖੂਬ ਭਜਨ ਕਰਿਆ ਕਰੋ। ਜਿਹਬਾ ਗੁਣ ਗੋਬਿੰਦ ਭਜੋ। ਹਾਂ, ਜੀਭ ਤੋਂ ਵਾਹਿਗੁਰੂ ਦੇ ਗੁਣ ਮਹਾਰਾਜ ਕਹਿੰਦੇ ਭਜਿਆ ਕਰੋ, ਜਪਿਆ ਕਰੋ। ਵੇਖਿਓ ਤੁਹਾਡਾ ਕਿੰਨਾ ਭਲਾ ਹੁੰਦਾ। ਸਵਾਓ ਸਾਰੇ ਪਿਆਰ ਨਾਲ 2-4 ਮਿੰਟ ਗੁਰਮੰਤਰ ਦਾ ਜਾਪ ਕਰਕੇ ਫਿਰ ਖਿਮਾ ਮੰਗੀਏ। ਕੋਈ ਰਸਨਾਬਾਜ਼ੀ ਨਾ ਰਹੇ। ਕਿੱਡੀ ਮਿੱਠੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਕਿੰਨੀ ਸਿੱਖਿਆਦਾਇਕ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਆਓ ਸਾਵਧਾਨ ਹੋ ਕੇ ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ
ਸੱਚੇ ਪਾਤਸ਼ਾਹ ਕਿਰਪਾ ਕਰਦੇ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ, ਅਹਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੈ। ਦਿਨ ਰਾਤ ਤੇ ਮਾਇਆ ਚ ਮਗਨ ਹੈਗਾ ਤੇ ਫਿਰ ਰੱਬ ਦੇ ਨਾਮ ਦਾ ਰਸ ਕਿਵੇਂ ਆਵੇ ਮਹਾਰਾਜ ਕਹਿੰਦੇ। ਫਿਰ ਤੇ ਰਸ ਨਹੀਂ ਨਾ ਆ ਸਕਦਾ, ਥੋੜਾ ਬਹੁਤਾ ਤੇ ਭਜਨ ਕਰੇਗਾ ਸਾਰੀ ਦਿਹਾੜੀ, ਫਿਰ ਆਪੇ ਰਸ ਵੀ ਆਏਗਾ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਜਪੋ ਪ੍ਰੇਮ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਸੱਚੇ ਪਾਤਸ਼ਾਹ ਕਿਰਪਾ ਕਰਨ। ਜਿੰਨਾ ਹੋ ਸਕੇ ਜੀਵ ਤੋਂ ਭਜਨ ਕੀਤਾ ਜਾਏ। ਅੱਜ ਦਾ ਪਹਿਲਾ ਸ਼ਲੋਕ ਹੀ ਇਹ ਸੀ, ਜਿਹਬਾ ਗੁਣ ਗੋਬਿੰਦ ਕਰਨ ਸੁਨਹੁ ਹਰ ਨਾਮ। ਦੂਜਾ ਜਿਹੜੇ ਅਭਿਆਸੀ ਪੁਰਸ਼ ਨੇ ਉਹ ਇਹ ਵੀ ਅਰਥ ਕਰਦੇ ਆ, ਕਹਿੰਦੇ ਆ ਜਦੋਂ ਜੀਵ ਤੋਂ ਵਾਹਿਗੁਰੂ ਬੋਲ ਕੇ ਕੰਨਾਂ ਤੋਂ ਸੁਣਨਾ, ਜਦੋਂ ਇਦਾਂ ਕਰੋਗੇ ਫਿਰ ਮਨ ਬਾਹਰ ਨਹੀਂ ਭੱਜੇਗਾ, ਕਹਿੰਦੇ ਫਿਰ ਮਨ ਬਾਹਰ ਨਹੀਂ ਭੱਜਦਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਗੁਰਪੁਰਬ ਦੀ ਆਪ ਨੂੰ ਬਹੁਤ ਬਹੁਤ ਵਧਾਈ ਹੋਵੇ। ਅਸਲ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾ ਗੁਪਤ ਰਹਿਣਾ ਬੜਾ ਪਸੰਦ ਕਰਦੇ ਸਨ। ਮਹਾਰਾਜ ਬਾਬਾ ਬਕਾਲਾ ਸਾਹਿਬ ਭੋਰਾ ਸਾਹਿਬ ਚ ਰਹੇ, ਜਦੋਂ ਗੁਰਤਾ ਗੱਦੀ ਮਿਲ ਗਈ, ਮੱਖਣ ਸ਼ਾਹ ਨੇ ਪ੍ਰਗਟ ਕਰਨਾ ਸੀ, ਗੁਪਤ ਹੀ ਬੈਠੇ ਸੀਗੇ ਮਹਾਰਾਜ, ਤੇ ਗੁਪਤ ਰਹਿਣਾ ਹੀ ਮਹਾਰਾਜ ਪਸੰਦ ਕਰਦੇ ਸੀਗੇ। ਤੇ ਵੇਖੋ 400 ਸਾਲ ਹੈ ਤੇ ਸਾਰੇ ਕਿਤੇ ਗੁਪਤ ਗੁਪਤ ਜਿਹੀ ਪੈਰੇ ਹੋਏ ਪਏ ਆ। ਬਹੁਤੀ ਸੰਗਤ ਜਿਹੜੀ ਆ ਉਹ ਇਕੱਠੀ ਨਹੀਂ ਹੋ ਸਕਦੀ। ਸੋ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਈ ਖੇਡ ਹੈ। ਆਪਾਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਗੁਰੂ ਜੀ ਦਾ ਜਸ ਸੁਣਨਾ, ਸਾਡਾ ਭਲਾ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।